Jungle. Audio Jungle. Morning, everyone. Good morning, sir. Do we have your permission to begin, sir? Yes, please. सत श्री अकाल सीएम साहब। कौन who's that? चन्नी जी, सत श्री अकाल। वेलकम जी, वेलकम सर। Thank you. ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਮੈਂ ਅੱਜ ਇਸ ਫੰਕਸ਼ਨ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਤੇ ਸਵਾਗਤ ਕਰਦਾ ਹਾਂ। ਸਰ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਅੱਜ ਦੇ ਫੰਕਸ਼ਨ ਦੀ ਅਸੀਂ ਕਾਰਵਾਈ ਸ਼ੁਰੂ ਕਰੀਏ। हाँ, प्लीज। ਥੈਂਕ ਯੂ ਸਰ। ਫੰਕਸ਼ਨ ਵਿੱਚ ਸ਼ਿਰਕਤ ਕਰ ਰਹੇ ਮਾਨਯੋਗ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ, ਪੰਜਾਬ ਸਰਕਾਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ BC ਦੇ ਰਾਹੀਂ ਜੁੜੇ ਮਾਨਯੋਗ ਮੰਤਰੀ ਸਾਹਿਬਾਨ, ਮਾਨਯੋਗ MLA ਸਾਹਿਬਾਨ, ਅਸਲ ਉਤਾਰ ਤਰਨਤਾਰਨ ਤੋਂ ਜੁੜੇ ਮਾਨਯੋਗ MLA ਖੇਮਕਰਨ ਸੁਖਪਾਲ ਭੁੱਲਰ ਜੀ, ਮੁੱਖ ਸਕੱਤਰ ਪੰਜਾਬ ਸ਼੍ਰੀਮਤੀ ਵਿਨੀ ਮਹਾਜਨ IAS ਜੀ, ਸਕੱਤਰ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਸ਼੍ਰੀ ਰਾਹੁਲ ਤਿਵਾਰੀ IAS ਜੀ, ਜ਼ਿਲ੍ਹਿਆਂ ਤੋਂ ਜੁੜ ਰਹੇ ਡਿਪਟੀ ਕਮਿਸ਼ਨਰ ਸਾਹਿਬਾਨ, ਐਕਟਿੰਗ DG ਸੀਪਾਈਟ ਮੇਜਰ ਜਨਰਲ ਰਿਟਾਇਰਡ IP ਸਿੰਘ ਜੀ ਅਤੇ ਹੋਰ ਸਾਰੇ ਮਹਿਮਾਨਾਂ ਸਾਥੀਆਂ ਦਾ ਵੀ ਮੈਂ ਨਿੱਘਾ ਸਵਾਗਤ ਕਰਦਾ ਹਾਂ। ਪੰਜਾਬ ਸਰਕਾਰ ਦੁਆਰਾ ਆਪਣੇ ਘਰ ਘਰ ਮੁਹਿੰਮ ਤਹਿਤ ਘਰ ਘਰ ਰੋਜ਼ਗਾਰ ਮੁਹਿੰਮ ਤਹਿਤ ਇਸ ਵਿਭਾਗ ਦਾ ਨਵੀਨੀਕਰਨ ਕਰਕੇ ਇਸ ਨੂੰ ਪੰਜਾਬ ਦੇ ਬੇਰੁਜ਼ਗਾਰ ਯੁਵਾਵਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਸਹਾਇਕ ਬਣਾਇਆ ਗਿਆ ਹੈ। ਇਸੇ ਕੜੀ ਵਿੱਚ ਅੱਜ ਦਾ ਇਹ ਸਮਾਗਮ ਵਿਭਾਗ ਵੱਲੋਂ ਕੀਤੇ ਗਏ ਕੁਝ ਨਵੇਂ ਯਤਨਾਂ ਨੂੰ ਆਪ ਜੀ ਦੇ ਨਾਲ ਸਾਂਝਾ ਕਰੇਗਾ। ਅੱਜ ਸਭ ਤੋਂ ਪਹਿਲਾਂ ਮੈਂ ਮੁੱਖ ਸਕੱਤਰ ਪੰਜਾਬ ਸ਼੍ਰੀਮਤੀ ਵਿਨੀ ਮਹਾਜਨ IAS ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਵਿਚਾਰ ਆਪ ਸਾਰਿਆਂ ਜੀ ਨਾਲ ਸਾਂਝੇ ਕਰਨ। मानयोग मुख्यमंत्री साहब, मंत्री साहबान, MLA साहबान और आज दे इस समागम विच जुड़े सारे नौजवान सज्जन, पतवंते सज्जन, इस सरकार दा वायदा सी कि घर घर रोजगार दिता जाएगा और उसके तहत हर नौजवान नू उसकी लोड़ मुताबिक, उसके हुनर मुताबिक और बल्कि उसके हुनर नू होर वधिया करके उसनू चंगी तो चंगे रोजगार दा मौका दिवाया जाएगा। इस चीज ਨੂੰ ਨਾ ਸਿਰਫ ਇੱਕ ਥਿਓਰੈਟਿਕਲ ਤਰੀਕੇ ਨਾਲ ਦੇਖਿਆ ਗਿਆ ਬਲਕਿ ਪ੍ਰੈਕਟੀਕਲ ਤਰੀਕੇ ਨਾਲ ਕਿ ਹਰ ਇੱਕ ਨੌਜਵਾਨ ਦੀ ਕੀ ਲੋੜ ਹੋ ਸਕਦੀ ਹੈ। ਆਇਆ ਉਹ ਬੱਚਾ ਕੀ ਬਾਹਰ ਜਾਣਾ ਚਾਹੁੰਦਾ ਹੈ ਤਾਂ ਇੱਕ ਫੋਰਨ ਪਲੇਸਮੈਂਟ ਸੈੱਲ ਬਣਾਇਆ ਜਾਏ ਜਿਹਦੇ ਤਹਿਤ ਨਾ ਸਿਰਫ ਕੈਨੇਡਾ, ਯੂਰਪ ਵਗੈਰਾ ਲਈ ਲੇਕਿਨ ਨਵੇਂ ਏਰੀਆਜ਼ ਜਿਵੇਂ ਕਿ ਜਾਪਾਨ ਦੇ ਵਿੱਚ ਮੈਨੇ ਪਤਾ ਕੀਤਾ ਕਿ ਬੜੇ ਚੰਗੇ ਮੌਕੇ ਉਪਲਬਧ ਹੋ ਸਕਦੇ ਨੇ ਤਾਂ ਉਹ ਕਿਵੇਂ ਸਾਡੇ ਨੌਜਵਾਨਾਂ ਨੂੰ ਉਪਲਬਧ ਹੋਣਗੇ ਉਹਦੇ ਲਈ ਤਰੀਕੇ ਤਿਆਰ ਕੀਤੇ ਗਏ। ਇਸੇ ਤਰ੍ਹਾਂ ਅਗਰ ਕੋਈ ਨੌਕਰੀ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਜੋ ਫੈਕਟਰੀਆਂ, ਕੰਪਨੀਆਂ ਨੌਕਰੀਆਂ ਦੇਣਾ ਚਾਹੁੰਦੀਆਂ ਨੇ, ਜਿਹੜੇ ਆਪਣੇ ਕੰਮਕਾਜ ਦੇ ਐਕਸਪੈਂਸ਼ਨ ਵਾਸਤੇ ਨਵੇਂ ਯੂਨਿਟ ਜੋ ਲੱਗੇ, ਜੋ ਸਰਕਾਰ ਨੇ ਆਪਣੇ ਯਤਨਾਂ ਨਾਲ 90,000 ਕਰੋੜ ਤੋਂ ਵੀ ਵੱਧ ਦੀ ਨਵੀਂ ਇਨਵੈਸਟਮੈਂਟ ਲਿਆਂਦੀ ਪੰਜਾਬ ਦੇ ਵਿੱਚ, ਉਹਨਾਂ ਸਾਰੇ ਯੂਨਿਟਸ ਨੂੰ ਜੋ ਲੋਕ ਚਾਹੀਦੇ ਸੀਗੇ, ਜੋ ਮੈਨ ਪਾਵਰ ਚਾਹੀਦੀ ਸੀ, ਉਹ ਕਿਸ ਤਰੀਕੇ ਨਾਲ ਦਵਾਈ ਜਾਏ ਉਹਦੇ ਲਈ ਰੋਜ਼ਗਾਰ ਮੇਲੇ ਲਗਾਏ ਗਏ। ਇਸੇ ਤਰ੍ਹਾਂ ਆਪਣਾ ਕੰਮ ਚਲਾਉਣ ਵਾਸਤੇ ਅਗਰ ਫੰਡਿੰਗ ਦੀ ਲੋੜ ਹੁੰਦੀ ਹੈ ਤਾਂ ਬੈਂਕਾਂ ਨਾਲ ਹੋਰ ਸੋਰਸਿਸ ਨਾਲ ਟਾਈ ਅਪ ਕਰਕੇ ਫੰਡਿੰਗ ਦਵਾਈ ਜਾਏ, ਉਸਤੇ ਵੀ ਯਤਨ ਕੀਤੇ ਗਏ। ਗਵਰਨਮੈਂਟ ਦੇ ਵਿੱਚ ਨੌਕਰੀਆਂ ਬੱਚਿਆਂ ਨੂੰ ਮਿਲਣ, ਪੰਜਾਬ ਸਰਕਾਰ ਨੇ ਵੱਡੀ ਤਾਦਾਦ ਦੇ ਵਿੱਚ ਨੌਕਰੀਆਂ ਕੱਢੀਆਂ ਨੇ। ਤਕਰੀਬਨ ਹਰ ਹਫਤੇ ਇਮਤਿਹਾਨ ਹੋ ਰਹੇ ਨੇ। ਵੱਖ-ਵੱਖ ਨੌਕਰੀਆਂ ਜੋ ਪਹਿਲਾਂ ਕਦੀ ਵੀ ਇਤਨੀ ਵੱਡੀ ਗਿਣਤੀ ਵਿੱਚ ਨਹੀਂ ਨਿਕਲੀਆਂ ਸੀ ਉਹ ਨਿਕਲ ਰਹੀਆਂ ਨੇ। ਉਹ ਬੱਚਿਆਂ ਨੂੰ ਕਿਸ ਤਰੀਕੇ ਨਾਲ ਨੌਕਰੀਆਂ ਲਈ ਤਿਆਰ ਕੀਤਾ ਜਾਏ, ਇਹਨਾਂ ਸਾਰੇ ਪਹਿਲੂਆਂ ਲਈ ਮਹਿਕਮੇ ਨੇ ਪੂਰਾ ਧਿਆਨ ਦਿੱਤਾ ਔਰ ਯਤਨ ਕੀਤੇ
और उसी लड़ी विच अगे अज जो अज दे हो रहे ने नवे उपराले, लेकिन सानू पिछले 1.5 साल तो कोविड नाल भी जूझना पिया है। कोविड दे चलदे नवे तरीके अपनाए गए और जिवें अज भी VC राही ये समागम हो रहे ने ताकि एक थां ते बहुत वड्डे इकट्ठ ना होण जिहदे नाल कोविड दा फैलन दा होर खदशा होवे। सो मैं जिथे महकमे नूं वधाई दिंदी आ, मैनूं पूरी आस है कि सरकार दे इन्हां यत्नां दे नाल और इन्हां यत्नां दे विच महकमे दे नाल जुड़े ने हर डिपार्टमेंट और खास तौर ते उचेचे तौर ते फील्ड दे विच सारे DC, सारे डिस्ट्रिक्ट ऑफिसर्स, वो सारे रल मिल के ये हमला जो मार रहे ने कि साडे बच्चिआं नूं वध तो वध रोजगार दे बेहतर तो बेहतर रोजगार दे मौके मिलन, उस विच असीं कामयाब होवांगे। सारे नौजवान बच्चे जिहड़े इत्थे मौजूद ने उन्हां नूं बहुत बहुत शुभकामनावां और महकमे नूं वधाई। इन्हां शब्दां नाल तुहाडा बहुत सारिआं दा धन्नवाद। थैंक यू मैम, थैंक यू फॉर दोज वर्ड्स ऑफ एनकरेजमेंट। रोजगार उत्पत्ति, हुनर विकास ਅਤੇ ਸਿਖਲਾਈ ਵਿਭਾਗ ਨੂੰ ਪੰਜਾਬ ਸਰਕਾਰ ਨੇ 2017 ਵਿੱਚ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਇਸ ਵਿਭਾਗ ਦਾ ਨਵੀਨੀਕਰਨ ਕੀਤਾ ਗਿਆ, ਜਿਸ ਦੇ ਫਲਸਰੂਪ ਅੱਜ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਇੱਕ ਮਾਡਰਨ ਵਨ ਸਟਾਪ ਸੈਂਟਰ ਜ਼ਿਲ੍ਹਾ ਬਿਊਰੋ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ। ਵਿਭਾਗ ਵੱਲੋਂ ਪਿਛਲੇ 4 ਸਾਲਾਂ ਦੀ ਕਾਰਗੁਜ਼ਾਰੀ ਨੂੰ ਦਰਸਾਉਂਦੀ ਹੋਈ ਇੱਕ ਛੋਟੀ ਜੀ ਵੀਡੀਓ ਤਿਆਰ ਕੀਤੀ ਗਈ ਹੈ जो मैं आप जी सारे दे रूबरू करन जा रहा हूं। मैं रिक्वेस्ट करूंगा कि काइंडली वो वीडियो प्ले की जाए। सूबे चों बेरोजगारी नूं दूर करन लई अते घर घर रोजगार दे नारे नूं लै के 2017 तो पंजाब सरकार दे रोजगार उत्पत्ति हुनर विकास सिखलाई विभाग दा नवीनीकरण कीता गया। 11 करोड़ दी लागत नाल 22 ਜ਼ਿਲ੍ਹਿਆਂ ਵਿੱਚ रोजगार ते कारोबार ब्यूरो स्थापित कीते गए हैं जो बेरोजगारां लई वन स्टॉप प्लेटफॉर्म हैं। पंजाब स्किल डेवलपमेंट मिशन तहत 18 ਵੱਖ-ਵੱਖ ਖੇਤਰਾਂ ਸੰਬੰਧੀ 3 ਤੋਂ 6 ਮਹੀਨੇ ਦੇ ਕਿੱਤਾ-ਮੁਖੀ ਕੋਰਸ 4 ਲੱਖ ਤੋਂ ਵਧੇਰੇ ਨੌਜਵਾਨਾਂ ਨੂੰ ਕਰਵਾ ਕੇ ਰੋਜ਼ਗਾਰ ਮੁਹੱਈਆ ਕਰਵਾਇਆ ਅਤੇ ਸਵੈ ਰੋਜ਼ਗਾਰ ਦੇ ਕਾਬਿਲ ਬਣਾਇਆ। पंजाब घर घर रोजगार मिशन तहत pgrkam.com पोर्टल विशेष तौर पर बनाया गया है। विभाग के अधीन 3 सिखलाई केंद्रों में मुंडे कुड़ियां नूं भारतीय आर्मड फोर्सेस विच भर्ती होने की सिखलाई दी जा रही है। अज 9 सितंबर 2021 नूं महान शहीद हवलदार अब्दुल हामिद परमवीर चक्कर वालों 1965 च भारत पाक जंग दौरान आसल उताड़ जिला तरनताਰਨ ਵਿੱਚ ਦਿਖਾਈ ਬਹਾਦਰੀ ਦੀ ਯਾਦ 'ਚ ਨੌਜਵਾਨਾਂ ਨੂੰ ਆਰਮਡ ਫੋਰਸਿਸ ਅਤੇ ਹੋਰ ਨੌਕਰੀਆਂ ਲਈ ਟ੍ਰੇਨਿੰਗ ਦੇਣ ਲਈ ਸੀਪਾਈਟ ਸੰਸਥਾ ਦੇ ਪਰਮਾਨੈਂਟ ਕੈਂਪ ਦੀ ਸਥਾਪਨਾ ਦਾ ਉਦਘਾਟਨ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ 1 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੀ ਪ੍ਰੀਖਿਆ ਲਈ HMEL ਨਾਲ ਮਿਲ ਕੇ ਫ੍ਰੀ ਆਨਲਾਈਨ ਕੋਚਿੰਗ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। किरत विभाग नाल रल के मेरा काम मेरा मान प्रोग्राम के नाल 7वें सूबा पद्धरी रोजगार मेले का उद्घाटन भी मानयोग मुख मंत्री कैप्टन अमरिंदर सिंह जी वालों किया जा रहा है। थैंक यू सो मच सर। ये विभाग की कारगुजारी की एक छोटी जी झलक सी। इसे कड़ी नूं अगे वधांदे हुए मैं मानयोग रोजगार उत्पत्ति हुनर विकास ਅਤੇ ਸਿਖਲਾਈ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਨ। ਥੈਂਕ ਯੂ। मानयोग मुख्यमंत्री कैप्टन अमरिंदर सिंह जी, सरदार सुखपाल सिंह भुल्लर जी MLA खेमकਰਨ, ਵੱਖ-ਵੱਖ ਥਾਵਾਂ ਤੋਂ ਸਾਨੂੰ ਜੁਆਇਨ ਕਰ ਰਹੇ ਮੰਤਰੀ ਤੇ MLA ਸਾਹਿਬਾਨ, ਮਾਨयोग ਚੀਫ ਸੈਕਟਰੀ ਜੀ, ਮੇਜਰ ਜਨਰਲ IPS ਸਿੰਘ ਜੀ ਤੇ ਹੋਰ ਸਾਰੇ ਅਫਸਰ ਤੇ ਪਤਵੰਤੇ ਸੱਜਣ, ਬਹੁਤ ਵੱਡੀ ਗਿਣਤੀ ਦੇ ਵਿੱਚ ਖੇਮਕਰਨ ਚ ਸੰਗਤਾਂ ਸਾਡੇ ਨਾਲ ਜੁੜੀਆਂ, ਲੋਕ ਜੁੜੇ ਹੈ। ਮੈਂ CM ਸਾਹਿਬ ਆਪ ਜੀ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਸਵਾਗਤ ਕਰਦਾ। ਆਪ ਜੀ ਨੇ ਸਮਾਂ ਦਿੱਤਾ ਔਰ ਇੱਕ ਬਹੁਤ ਵੱਡਾ ਕੰਮ ਐਸੇ ਹੀ ਅੱਜ ਖੇਮਕਰਨ ਹਲਕੇ ਦੇ ਵਿੱਚ ਤੁਹਾਡੇ ਦਿਸ਼ਾ ਨਿਰਦੇਸ਼ ਦੇ ਥੱਲੇ ਕਰਨ ਜਾ ਰਹੇ ਹਾਂ। मैं थोड़ा धन्नवादी हाँ कि तुसी खेमकਰਨ हल्के दे विच पिंड असल उतार विच जिथे कि 1965 दे जंग विच हवालदार अब्दुल हमीद परमवीर चक्कर अवार्डी उन्हां दी याद दे विच अज आपां सीपाइट परमानेंट कैंप
ਦਾ ਉਦਘਾਟਨ ਆਪ ਜੀ ਦੇ ਹੱਥੋਂ ਕਰਾਉਣ ਜਾ ਰਹੇ ਹਾਂ। ਮੈਂ ਇਸ ਸ਼ੁਭ ਕੰਮ ਲਈ ਆਪ ਜੀ ਦਾ ਧੰਨਵਾਦੀ ਹਾਂ ਕਿ ਤੁਸੀਂ ਸਰਦਾਰ ਸੁਖਪਾਲ ਸਿੰਘ ਭੁੱਲਰ MLA ਸਾਹਿਬ ਦੀ ਬੇਨਤੀ ਦੇ ਉੱਤੇ ਉਸ ਏਰੀਏ ਦੇ ਨੌਜਵਾਨਾਂ ਨੂੰ ਜਿਹੜੇ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਹੈ ਜਾਂ ਫੌਜ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਹੈ ਜਾਂ ਪੈਰਾਮਿਲਟਰੀ ਫੋਰਸਿਸ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਹੈ, ਉਹਨਾਂ ਨੂੰ ਟ੍ਰੇਨਿੰਗ ਕਰਾਉਣ ਲਈ ਤਾਂ ਕਿ ਉਹ ਉੱਥੇ ਭਰਤੀ ਹੋਣ ਦੇ ਕਾਬਿਲ ਹੋ ਸਕਣ। ਇੱਕ ਸੀਪਾਈਟ ਸੈਂਟਰ ਪਰਮਾਨੈਂਟ ਹੈ ਜਿਹੜਾ ਉੱਥੇ ਚਲਾਉਣ ਲਈ ਅੱਜ ਤੁਸੀਂ ਉਹਦਾ ਉਦਘਾਟਨ ਕਰ ਰਹੇ ਹੋ। 5 ਕਰੋੜ ਦੀ ਇਹਦੇ ਤੇ ਲਾਗਤ ਆਉਣੀ ਹੈ। 8.5 ਏਕੜ ਜ਼ਮੀਨ ਦੇ ਵਿੱਚ ਇਹ ਬਣੇਗਾ। ਪਹਿਲਾਂ ਮੋਹਾਲੀ ਦੇ ਵਿੱਚ ਤੇ ਹੋਰ ਥਾਵਾਂ ਤੇ ਜਿੱਥੇ ਜਿੱਥੇ ਸਾਡੇ ਸੈਂਟਰ ਚੱਲਦੇ ਹੈ ਉਸ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹਿਤ ਹੋਏ ਆ ਨੌਜਵਾਨ ਤੇ ਫੌਜ ਦੀ ਭਰਤੀ ਦੇ ਵਿੱਚ ਤੇ ਪੁਲਿਸ ਦੀਆਂ ਭਰਤੀਆਂ ਦੇ ਵਿੱਚ ਉਹਨਾਂ ਨੂੰ ਜਾਣ ਦਾ ਮੌਕਾ ਮਿਲਿਆ ਹੈ ਤੇ ਉਹ ਸਿਲੈਕਟ ਹੋਏ ਹੈ ਕਿਉਂਕਿ ਇੱਥੇ ਇੱਕ ਬਹੁਤ ਹੀ ਅੱਛੀ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਜਾਂਦੀ ਹੈ। ਸੋ ਇੱਕ ਬਹੁਤ ਹੀ ਮੁਬਾਰਕਬਾਦ ਮੈਂ ਦੇਣਾ ਚਾਹੁੰਦਾ ਹੈ ਤਰਨਤਾਰਨ ਜ਼ਿਲ੍ਹੇ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਇੱਕ ਮਾਨਯੋਗ ਮੁੱਖ ਮੰਤਰੀ ਜੀ ਨੇ ਇੱਕ ਤੋਹਫਾ ਦਿੱਤਾ ਹੈ ਜਿਹਦੇ ਨਾਲ ਉਸ ਏਰੀਏ ਦੇ ਨੌਜਵਾਨਾਂ ਨੂੰ ਅੱਛੀ ਨੌਕਰੀਆਂ ਫੌਜ ਦੇ ਵਿੱਚ ਪੁਲਿਸ ਦੇ ਵਿੱਚ ਕਰਨ ਦਾ ਤੇ ਹੋਰ ਜਿਹੜੀਆਂ ਸਰਕਾਰੀ ਨੌਕਰੀਆਂ ਉਹਨਾਂ ਵਿੱਚ ਕਰਨ ਲਈ ਟ੍ਰੇਨਿੰਗ ਮਿਲੇਗੀ ਤੇ ਉਹ ਉੱਥੇ ਸਿਲੈਕਟ ਹੋਣਗੇ। ਸੋ ਮੈਂ ਇਸ ਲਈ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਜੀ ਦਾ ਕਿ ਅੱਜ ਉਹਨਾਂ ਵੱਲੋਂ ਫ੍ਰੀ ਆਨਲਾਈਨ ਕੋਚਿੰਗ ਫॉर ਗਵਰਨਮੈਂਟ ਰਿਕਰੂਟਮੈਂਟ ਐਗਜ਼ਾਮ ਦੇ ਵਿੱਚ ਜਿਹੜੀ ਹੁੰਦੀ ਹੈ ਉਹਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਅੱਜ ਮੁੱਖ ਮੰਤਰੀ ਜੀ ਦੇ ਖਾਸ ਤੌਰ ਤੇ ਦਿਸ਼ਾ ਨਿਰਦੇਸ਼ ਥੱਲੇ ਅੱਜ ਇੱਕ ਆਨਲਾਈਨ ਕੋਚਿੰਗ ਦਾ ਆਗਾਜ਼ ਕੀਤਾ ਜਾਣਾ ਹੈ, ਜਿਹਦੇ ਵਿੱਚ 1 ਲੱਖ ਨੌਜਵਾਨਾਂ ਨੂੰ ਕੋਚਿੰਗ ਦੇਣੀ ਹੈ ਸਰਕਾਰੀ ਤੇ ਗੈਰ ਸਰਕਾਰੀ ਨੌਕਰੀਆਂ ਕਰਨ ਵਾਸਤੇ। ਤੇ ਇਹ ਇੱਕ ਬਹੁਤ ਵੱਡਾ ਉਪਰਾਲਾ ਡਿਪਾਰਟਮੈਂਟ ਵੱਲੋਂ ਕੀਤਾ ਜਾ ਰਿਹਾ ਹੈ। ਪਹਿਲੇ ਬੈਚ ਦੇ ਵਿੱਚ ਅੱਜ ਅਸੀਂ 11,000 ਬੱਚਿਆਂ ਨੂੰ ਟ੍ਰੇਨਿੰਗ ਸ਼ੁਰੂ ਕਰਾ ਰਹੇ ਹਾਂ। ਇਸੇ ਤਰ੍ਹਾਂ ਮੈਂ ਮੁੱਖ ਮੰਤਰੀ ਜੀ ਦੀ ਸੋਚ ਦਾ ਧੰਨਵਾਦੀ ਹਾਂ ਤੇ ਤਾਇਦ ਕਰਦਾ ਕਿ ਮੇਰਾ ਕੰਮ ਮੇਰੇ ਮਾਣ ਪ੍ਰੋਗਰਾਮ ਤਹਿਤ 2500 ਰੁਪਇਆ ਪਰ ਮੰਥ 12 ਮਹੀਨਿਆਂ ਲਈ ਅਸੀਂ ਕੰਸਟਰਕਸ਼ਨ ਵਰਕਰ ਦੇ ਬੱਚਿਆਂ ਨੂੰ ਜਿਹੜੇ ਕਿ ਸਾਡੇ ਕੋਲ ਸਕਿੱਲ ਡਿਵੈਲਪਮੈਂਟ ਦਾ ਪ੍ਰੋਗਰਾਮ ਕਰਨਗੇ ਉਹਨਾਂ ਨੂੰ ਦੇਣਾ ਹੈ। 30,000 ਬੱਚੇ ਨੂੰ ਕੁੱਲ ਦਿੱਤਾ ਜਾਣਾ ਹੈ। ਇਹ ਪ੍ਰੋਗਰਾਮ ਦਾ ਵੀ ਆਗਾਜ਼ ਅੱਜ ਮਾਨਯੋਗ ਮੁੱਖ ਮੰਤਰੀ ਜੀ ਕਰਨਗੇ। 2500 ਰੁਪਇਆ ਉਹਨਾਂ ਨੂੰ ਭੱਤਾ ਮਿਲੇ ਕਰਨਾ ਹੈ ਤੇ ਨਾਲ ਅਸੀਂ ਫ੍ਰੀ ਸਕਿੱਲ ਉਹਨਾਂ ਦੀ ਡਿਵੈਲਪ ਕਰਕੇ ਉਹਨਾਂ ਨੂੰ ਨੌਕਰੀ ਲਵਾਉਣਾ ਹੈ। ਇਹਦਾ ਵੀ ਅੱਜ ਆਗਾਜ਼ ਮਾਨਯੋਗ ਮੁੱਖ ਮੰਤਰੀ ਜੀ ਕਰ ਰਹੇ ਹੈ। ਮੈਂ ਉਹਨਾਂ ਦਾ ਇਸ ਲਈ ਵੀ ਧੰਨਵਾਦੀ ਹਾਂ। ਮਾਨਯੋਗ ਮੁੱਖ ਮੰਤਰੀ ਜੀ, ਆਪ ਜੀ ਨੇ ਮੈਨੂੰ ਇਹ ਇੰਪਲਾਇਮੈਂਟ ਜਨਰੇਸ਼ਨ ਦਾ ਡਿਪਾਰਟਮੈਂਟ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਸੀ। ਮੈਨੂੰ ਇਹ ਖੁਸ਼ੀ ਹੈ ਕਿ ਤੁਹਾਡੀ ਰਹਿਬਰੀ ਦੇ ਅੱਗੇ ਅਸੀਂ ਇਸ ਡਿਪਾਰਟਮੈਂਟ ਨੂੰ ਕਾਮਯਾਬ ਕਰਨ ਦੇ ਵਿੱਚ ਸਫਲ ਹੋਏ ਹਾਂ। ਜਦੋਂ ਸਰਕਾਰ ਬੜੀ ਸੀ ਪਹਿਲਾਂ ਇੰਪਲਾਇਮੈਂਟ ਜਨਰੇਸ਼ਨਾਂ ਇੱਥੇ ਇੰਪਲਾਇਮੈਂਟ ਐਕਸਚੇਂਜਾਂ ਚੱਲਦੀਆਂ ਸੀ। ਤੁਸੀਂ ਯਕੀਨ ਮੰਨੋਗੇ ਕਿ ਅਸੀਂ ਜਰ ਲੱਗੇ ਹੋਏ ਜਿੰਦੇ ਉਹਨਾਂ ਦੇ ਦਫ਼ਤਰਾਂ 'ਚੋਂ ਖੋਲ੍ਹੇ। ਅੰਦਰ ਕੋਈ ਫਰਨੀਚਰ ਨਹੀਂ ਸੀ, ਕੋਈ ਵਿਵਸਥਾ ਨਹੀਂ ਸੀ ਪਿਛਲੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਨੌਕਰੀ ਦੇਣ ਦੀ। ਲੇਕਿਨ ਆਪ ਜੀ ਦੀ ਸਰਕਾਰ ਦੇ ਵਿੱਚ ਅਸੀਂ ਬਹੁਤ ਹੀ ਸ਼ਾਨਦਾਰ ਬਿਊਰੋ ਹਰ ਜ਼ਿਲ੍ਹੇ ਦੇ ਵਿੱਚ ਇੱਕ ਕਾਰਪੋਰੇਟ ਦੇ ਦਫ਼ਤਰਾਂ ਵਾਂਗੂ ਬਹੁਤ ਅੱਛੇ ਦਫ਼ਤਰ ਬਣਾ ਕੇ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਸਕਿੱਲ ਵੀ ਡਿਵੈਲਪ ਕਰਾ ਰਹੇ, ਨੌਕਰੀਆਂ ਵੀ ਦਿਵਾ ਰਹੇ। ਤੇ ਅੱਜ 7ਵਾਂ ਮੇਲਾ ਤੁਸੀਂ ਨੌਕਰੀਆਂ ਦਿਵਾਉਣ ਲਈ ਸ਼ੁਰੂਆਤ ਕਰ ਰਹੇ ਹੋ। 9 ਤਰੀਕ ਤੋਂ ਲੈ ਕੇ 17 ਸਤੰਬਰ ਤੱਕ ਇਹ ਮੇਲਾ ਚੱਲਣਾ ਹੈ। ਮੈਗਾ ਰੋਜ਼ਗਾਰ ਮੇਲਾ ਨੌਕਰੀਆਂ ਦੇ ਲਈ, ਗੈਰ ਸਰਕਾਰੀ ਨੌਕਰੀਆਂ। ਸਰ 84 ਥਾਵਾਂ ਤੇ ਐਸੇ ਮੇਲੇ ਲਗਾਵਾਂਗੇ। ਸਾਡੇ ਪਾਸ 2.5 ਲੱਖ ਰੋਜ਼ਗਾਰ ਹੈ ਜਿਹੜਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੇਲੇ ਦੇ ਵਿੱਚ ਰੋਜ਼ਗਾਰ ਨੌਜਵਾਨਾਂ ਨੂੰ ਮੁਹੱਈਆ ਕਰਾਂਗੇ। ਸੋ ਇਹ ਮੇਲਿਆਂ ਦਾ ਕਦੇ ਪਹਿਲਾਂ ਇਸ ਤਰ੍ਹਾਂ ਦਾ ਸਿਸਟਮ ਨਹੀਂ ਸੀ, ਲੇਕਿਨ ਆਪ ਜੀ ਦੀ ਯੋਗ ਅਗਵਾਈ ਥੱਲੇ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ 7ਵਾਂ ਮੇਲਾ ਲਗਾ ਰਹੇ। ਇਹਦੇ ਵਿੱਚ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਮਿਲਿਆ ਹੈ। ਗਵਰਨਮੈਂਟ ਇੰਸਟੀਟਿਊਸ਼ਨ, ਗਵਰਨਮੈਂਟ ਤੋਂ ਸਰਕਾਰ ਉਹਦੇ ਵਿੱਚ ਖੜੀ ਹੈ ਤੇ ਪ੍ਰਾਈਵੇਟ ਅਦਾਰੇ ਇਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ
ਨੌਜਵਾਨਾਂ ਨੂੰ ਉੱਥੇ ਲਿਜਾ ਕੇ ਅਸੀਂ ਰੋਜ਼ਗਾਰ ਜਿਹੜੇ ਦਿਵਾਉਂਦੇ ਆ, ਇਹ ਬਹੁਤ ਹੀ ਸਫਲ ਪ੍ਰੋਜੈਕਟ ਹੋਇਆ ਹੈ। ਬਾਹਰਲੇ ਸੂਬਿਆਂ ਨੇ ਸਾਡੀ ਇਸ ਦੀ ਨਕਲ ਕੀਤੀ ਹੈ ਤੇ ਇੱਕ ਨੌਜਵਾਨਾਂ ਨੂੰ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਰੁਝਾਨ ਪੈਦਾ ਹੋਇਆ ਹੈ ਤੇ ਨੌਜਵਾਨਾਂ ਨੂੰ ਅਸੀਂ ਸਫਲਤਾਪੂਰਵਕ ਨੌਕਰੀਆਂ ਦਿਵਾ ਰਹੇ ਹਾਂ ਤੇ ਨੌਕਰੀਆਂ ਮਿਲ ਰਹੀਆਂ। ਇਸ ਮੇਲੇ ਦੇ ਆਗਾਜ਼ ਕਰਨ ਲਈ ਵੀ ਮੈਂ ਅੱਜ ਆਪ ਜੀ ਦਾ ਬਹੁਤ ਧੰਨਵਾਦੀ ਹਾਂ। ਮੈਂ ਆਪ ਜੀ ਦਾ ਧੰਨਵਾਦੀ ਹਾਂ ਕਿ 1 ਲੱਖ ਨੌਕਰੀਆਂ ਆਪ ਜੀ ਵੱਲੋਂ ਸਰਕਾਰ ਨੇ ਇਸ ਸਾਲ ਕੱਢੀਆਂ, ਜਿਹੜੀਆਂ ਕਿ ਜਿਸ ਤਰ੍ਹਾਂ ਮੈਡਮ ਵਿਨੀ ਮਹਾਜਨ ਜੀ ਨੇ ਕਿਹਾ, ਉਹਨਾਂ ਦੀਆਂ ਇੰਟਰਵਿਊ ਚੱਲ ਰਹੀਆਂ, ਉਹਨਾਂ ਦੇ ਪੇਪਰ ਚੱਲ ਰਹੇ ਹੈ, ਚਾਹੇ ਕੋਈ ਪੁਲਿਸ 'ਚ ਲੱਗ ਰਿਹਾ ਹੈ, ਚਾਹੇ ਕੋਈ ਸਹਿਕਾਰਤਾ ਮਹਿਕਮੇ 'ਚ ਲੱਗ ਰਿਹਾ, ਵੱਖ-ਵੱਖ ਮਹਿਕਮਿਆਂ ਦੇ ਵਿੱਚ ਨੌਕਰੀਆਂ ਨਿਕਲੀਆਂ। ਸ਼ੁਰੂ ਦੇ ਵਿੱਚ ਓਪੋਜੀਸ਼ਨ ਪਾਰਟੀਆਂ ਨੇ ਵੀ ਜਾਂ ਹੋਰ ਲੋਕਾਂ ਨੇ ਵੀ ਇਸ ਬਾਰੇ ਕਿਹਾ ਕਿ ਜੀ ਟੋਟਲ ਡਰਾਮਾ ਕਰ ਰਹੇ ਹੈ, ਲੇਕਿਨ ਅੱਜ ਇਹ ਸਥਿਤੀ ਆ ਗਈ ਹੈ ਕਿ ਹਰ ਕਿਸੇ ਨੂੰ ਸਮਝ ਆ ਗਈ ਹੈ ਕਿ ਇੰਪਲਾਇਮੈਂਟ ਜਨਰੇਸ਼ਨ ਦੇ ਰਾਹੀਂ ਪੰਜਾਬ ਸਰਕਾਰ ਨੇ ਲੋਕਾਂ ਨੂੰ ਸਹੀ ਤਰੀਕੇ ਦੇ ਨਾਲ ਗੈਰ ਸਰਕਾਰੀ ਤੇ ਸਰਕਾਰੀ ਨੌਕਰੀਆਂ ਮੁਹੱਈਆ ਕਰਾਈਆਂ ਤੇ ਕਰਾ ਰਹੀ ਹੈ। 1 ਲੱਖ ਨੌਕਰੀ ਜਿਹੜੀ ਆਪ ਜੀ ਵੱਲੋਂ ਕੱਢੀ ਗਈ ਹੈ, ਜਿਹੜੀਆਂ ਇੰਟਰਵਿਊ ਚੱਲ ਰਹੀਆਂ, ਮੈਂ ਇਹ ਖੁਸ਼ੀ ਦੇ ਮਾਣ ਦੇ ਨਾਲ ਆਪ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਪੂਰੇ ਪੰਜਾਬ ਦੇ ਵਿੱਚ ਅੱਜ ਕੋਈ ਇੱਕ ਬੰਦਾ ਵੀ ਹੱਥ ਖੜਾ ਕਰਕੇ ਨਹੀਂ ਕਹਿ ਸਕਦਾ ਕਿ ਜੀ ਨੌਕਰੀਆਂ ਦੇ ਵਿੱਚ ਕੋਈ ਕਰਪਸ਼ਨ ਹੋ ਰਹੀ ਹੈ, ਕਿ ਜੀ ਨੌਕਰੀਆਂ ਦੇ ਵਿੱਚ ਕੋਈ ਹੇਰਾ ਫੇਰੀ ਹੈ। ਜਿਹੜੇ ਨੌਜਵਾਨ ਡਿਜ਼ਰਵ ਕਰਦੇ ਹੈ ਸਿਰਫ ਉਹਨਾਂ ਨੂੰ ਨੌਕਰੀਆਂ ਮਿਲ ਰਹੀਆਂ, ਪੇਪਰ ਲੈ ਕੇ ਜੋ ਮੈਰਿਟ ਤੇ ਆ ਰਹੇ ਹੈ ਉਹਨਾਂ ਨੂੰ ਨੌਕਰੀਆਂ ਮੁਹੱਈਆ ਕਰਾਈਆਂ ਜਾ ਰਹੀਆਂ ਤੇ ਕਰਾਈਆਂ ਜਾਣਗੀਆਂ, ਜਿਵੇਂ ਕਿ ਆਪ ਜੀ ਦੇ ਦਿਸ਼ਾ ਨਿਰਦੇਸ਼ ਹੈ। ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਇਸ ਸਾਲ 1 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲ ਰਹੀਆਂ ਤੇ ਨਾਲ ਅਸੀਂ ਗੈਰ ਸਰਕਾਰੀ 2.5 ਲੱਖ ਨੌਕਰੀਆਂ ਮੇਲੇ ਦੇ ਵਿੱਚ ਤਿਆਰ ਕੀਤੀਆਂ। ਸੋ ਮੈਂ ਇਹਨਾਂ ਯਤਨਾਂ ਨਾਲ ਸਦਕਾ ਆਪ ਜੀ ਦਾ ਬੜਾ ਧੰਨਵਾਦੀ ਹਾਂ ਕਿ ਪੰਜਾਬ ਦੇ ਨੌਜਵਾਨ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵਿਸ਼ੇਸ਼ ਤੇ ਵੱਡੇ ਉਪਰਾਲੇ ਕੀਤੇ ਜਾ ਰਹੇ ਹੈ। ਤੇ ਨਾਲ ਮੈਂ ਸੁਖਪਾਲ ਭੁੱਲਰ ਜੀ MLA ਸਾਹਿਬ ਨੂੰ ਬਹੁਤ ਮੁਬਾਰਕਬਾਦ ਦੇਣਾ, ਉਹਨਾਂ ਦੇ ਹਲਕੇ ਦੇ ਲੋਕਾਂ ਨੂੰ ਬਹੁਤ ਮੁਬਾਰਕਬਾਦ ਦੇਣਾ, ਜ਼ਿਲ੍ਹਾ ਤਰਨਤਾਰਨ ਦੇ ਸਾਰੇ MLA ਤੇ ਲੋਕਾਂ ਨੂੰ ਮੁਬਾਰਕਬਾਦ ਦੇਣਾ ਕਿ ਇੱਕ ਬਹੁਤ ਹੀ ਵਧੀਆ ਇੰਸਟੀਟਿਊਸ਼ਨ ਮੁੱਖ ਮੰਤਰੀ ਜੀ ਵੱਲੋਂ ਆਪ ਜੀ ਨੂੰ ਦਿੱਤਾ ਗਿਆ ਹੈ। ਸੋ ਮੈਂ ਅਖੀਰ ਦੇ ਵਿੱਚ ਸਾਰੇ ਨੂੰ ਫੇਰ ਇੱਕ ਵਾਰ ਜੀ ਆਇਆਂ ਆਖਦਾ ਹੋਇਆ ਮੁੱਖ ਮੰਤਰੀ ਜੀ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਜੀ ਆਇਆਂ ਆਖਦਾ ਹਾਂ। ਧੰਨਵਾਦ। ਜੈ ਹਿੰਦ। ਥੈਂਕ ਯੂ ਸਰ, ਥੈਂਕ ਯੂ ਫॉर ਦੋਸ ਕਾਈਂਡ ਵਰਡਸ। ਸਮਾਗਮ ਨੂੰ ਅੱਗੇ ਲਿਜਾਂਦੇ ਹੋਏ ਹੁਣ ਮੈਂ ਦੁਆਬੇ ਦੀ ਧਰਤੀ ਜ਼ਿਲ੍ਹਾ ਕਪੂਰਥਲਾ ਤੋਂ ਪਿੰਡ ਠਹਿ ਕਾਂਜਲੀ ਵਿੱਚ ਚੱਲ ਰਹੇ ਸੀ ਪਾਈਟ ਦੇ ਕੈਂਪ ਵਿੱਚ ਟ੍ਰੇਨਿੰਗ ਪ੍ਰਾਪਤ ਕਰ ਰਹੇ ਇੱਕ ਯੁਵਕ ਸਹਿਜਪਾਲ ਸਿੰਘ ਨੂੰ ਆਪਣਾ ਤਜਰਬਾ ਸਾਰਿਆਂ ਨਾਲ ਸਾਂਝੇ ਕਰਨ ਦਾ ਸੱਦਾ ਦਿੰਦਾ ਹਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਸਹਿਜਪਾਲ ਸਿੰਘ ਪੁੱਤਰ ਸਰਦਾਰ ਬਾਜ ਸਿੰਘ ਪਿੰਡ ਕਾਂਜਲੀ ਜ਼ਿਲ੍ਹਾ ਕਪੂਰਥਲਾ ਦਾ ਵਾਸੀ ਹਾਂ। ਮੈਂ 3 ਮਹੀਨਿਆਂ ਤੋਂ ਸੀ ਪਾਈਟ ਕੈਂਪ ਦੇ ਵਿੱਚ ਟ੍ਰੇਨਿੰਗ ਲੈ ਰਿਹਾ ਹਾਂ। ਮੇਰੀ ਇਹ ਟ੍ਰੇਨਿੰਗ ਬੜੀ ਵਧੀਆ ਅਤੇ ਸੁਚੱਜੇ ਢੰਗ ਦੇ ਨਾਲ ਚੱਲ ਰਹੀ ਹੈ ਅਤੇ ਬਿਲਕੁਲ ਫ੍ਰੀ ਆਫ ਕੋਸਟ ਚੱਲ ਰਹੀ ਹੈ। ਇਹ ਪੰਜਾਬ ਸਰਕਾਰ ਦਾ ਅਜਿਹਾ ਉਪਰਾਲਾ ਹੈ ਜਿਸ ਦੇ ਨਾਲ ਹਜ਼ਾਰਾਂ ਹੀ ਨੌਜਵਾਨਾਂ ਨੂੰ ਫਾਇਦਾ ਹੋਇਆ ਹੈ। ਹਜ਼ਾਰਾਂ ਹੀ ਨੌਜਵਾਨ ਇੱਥੋਂ ਟ੍ਰੇਨਿੰਗ ਲੈ ਕੇ ਆਰਮੀ, CRPF, BSF ਅਤੇ ਨੇਵੀ ਦੇ ਵਿੱਚ ਭਰਤੀ ਹੋ ਚੁੱਕੇ ਹਨ। ਸਾਨੂੰ ਰੋਜ਼ ਸਵੇਰੇ ਸ਼ਾਮ ਫਿਜ਼ੀਕਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਦਿਨ ਦੇ ਵੇਲੇ ਸਾਡੀ ਲਿਖਤੀ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਹੈ। ਸੀ ਪਾਈਟ ਕੈਂਪ ਕਪੂਰਥਲਾ ਵਿਖੇ ਰਿਹਾਇਸ਼, ਖਾਣ ਪੀਣ ਅਤੇ ਟ੍ਰੇਨਿੰਗ ਦਾ ਸਾਡੇ ਤੋਂ ਕੋਈ ਵੀ ਖਰਚਾ ਨਹੀਂ ਲਿਆ ਜਾਂਦਾ ਤਾਂ ਜੋ ਕਿ ਵੱਧ ਤੋਂ ਵੱਧ ਨੌਜਵਾਨ ਇੱਥੇ ਆਣ ਕੇ ਆਰਮੀ ਦੀ ਟ੍ਰੇਨਿੰਗ ਕਰ ਸਕਣ। ਮੈਂ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਵਰਗੇ ਬੱਚਿਆਂ ਲਈ ਇਹ ਉਪਰਾਲਾ ਕੀਤਾ। ਥੈਂਕ ਯੂ ਸਹਿਜਪਾਲ ਸਰ। ਕੜੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਮੈਂ ਮਾਲਵੇ ਦੀ ਧਰਤੀ ਤੋਂ ਜ਼ਿਲ੍ਹਾ ਪਟਿਆਲਾ ਵਿੱਚ ਮੇਰਾ ਕੰਮ ਮੇਰਾ ਮਾਨ ਸਕੀਮ ਦੇ ਤਹਿਤ ਰਜਿਸਟਰ ਹੋਏ ਇੱਕ ਯੁਵਕ ਮਹਿਕਦੀਪ ਸਿੰਘ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੰਦਾ ਹਾਂ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਮਹਿਕਦੀਪ ਸਿੰਘ ਹੈ। ਮੈਂ ਡਿਸਟ੍ਰਿਕਟ ਪਟਿਆਲਾ ਪਿੰਡ ਸਹੌਲੀ ਦਾ ਰਹਿਣ ਵਾਲਾ ਹਾਂ। ਮੇਰੇ ਮਾਪੇ ਉਸਾਰੀ ਮਜ਼ਦੂਰ ਹਨ। ਉਹਨਾਂ ਦੇ ਲਾਭਪਾਤਰੀ ਕਾਰਡ ਨਾਲ ਮੈਂ ਪੰਜਾਬ ਹੁਨਰ ਵਿਕਾਸ ਮਿਸ਼ਨ ਵੇਅਰਹਾਊਸ ਪੈਕਰ ਦੇ ਕੋਰਸ ਵਿੱਚ ਮੇਰਾ ਕੰਮ ਮੇਰਾ ਮਾਨ ਸਕੀਮ ਦੁਆਰਾ ਦਾਖਲਾ ਲਿਆ ਹੈ। ਇਸ ਸਕੀਮ ਅਧੀਨ ਮੈਨੂੰ 1 ਸਾਲ ਲਈ 2500 ਰੁਪਇਆ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਅਤੇ
ਮੈਨੂੰ ਇਸ ਕੋਰਸ ਦੇ ਵਿੱਚ ਮੁਫਤ ਕਿਤਾਬਾਂ, ਵਰਦੀ ਅਤੇ ਹੋਸਟਲ ਦੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਇਸ ਕੋਰਸ ਦੇ ਦੌਰਾਨ ਹੀ ਮੈਨੂੰ ਨੌਕਰੀ ਤੇ ਵੀ ਲਗਵਾਇਆ ਜਾਵੇਗਾ। ਮੈਨੂੰ ਦਾਖਲਾ ਲੈ ਕੇ ਬਹੁਤ ਹੀ ਖੁਸ਼ੀ ਮਿਲੀ ਹੈ। ਉਸਾਰੀ ਕਿਸ਼ਤੀ ਮਜ਼ਦੂਰਾਂ ਦੇ ਬੱਚਿਆਂ ਨੂੰ ਪੰਜਾਬ ਸਰਕਾਰ ਵੱਲੋਂ 2500 ਰੁਪਇਆ ਵਿੱਤੀ ਸਹਾਇਤਾ ਦੇਣ ਲਈ ਮੈਂ ਮੁੱਖ ਮੰਤਰੀ ਜੀ ਦਾ ਬਹੁਤ ਧੰਨਵਾਦੀ ਹਾਂ। ਥੈਂਕ ਯੂ ਮਹਿਕਦੀਪ। ਹੁਣ ਮੈਂ ਮਾਝੇ ਦੀ ਧਰਤੀ ਤੋਂ ਜ਼ਿਲ੍ਹਾ ਤਰਨਤਾਰਨ ਵਿੱਚ ਮੁਫਤ ਆਨਲਾਈਨ ਕੋਚਿੰਗ ਫॉर ਗਵਰਨਮੈਂਟ ਰਿਕਰੂਟਮੈਂਟ ਐਗਜ਼ਾਮਸ ਵਿੱਚ ਰਜਿਸਟਰ ਹੋਈ ਸਿਖਿਆਰਥੀ ਕੋਮਲਪ੍ਰੀਤ ਕੌਰ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੰਦਾ ਹਾਂ। ਸਤਿ ਸ਼੍ਰੀ ਅਕਾਲ ਜੀ। ਮੈਂ ਕੋਮਲਪ੍ਰੀਤ ਕੌਰ ਪਿੰਡ ਕੋਹਾੜਕਾ ਜ਼ਿਲ੍ਹਾ ਤਰਨਤਾਰਨ ਦੀ ਰਹਿਣ ਵਾਲੀ ਹਾਂ। ਮੈਂ +2 ਪਾਸ ਹਾਂ ਅਤੇ ਹੁਣ ਸਰਕਾਰੀ ਨੌਕਰੀ ਦੀ ਚਾਹਵਾਨ ਹਾਂ, ਪਰ ਬਾਰਡਰ ਏਰੀਆ ਵਿੱਚ ਰਹਿਣ ਕਰਕੇ ਸਾਨੂੰ ਸਰਕਾਰੀ ਨੌਕਰੀ ਦੇ ਇਮਤਿਹਾਨਾਂ ਦੀ ਤਿਆਰੀ ਲਈ ਕੁਝ ਖਾਸ ਸਹੂਲਤਾਂ ਮੁਹੱਈਆ ਨਹੀਂ ਹਨ। ਟ੍ਰੇਨਿੰਗ ਲਈ ਸਾਨੂੰ ਅੰਮ੍ਰਿਤਸਰ ਜਾਂ ਚੰਡੀਗੜ੍ਹ ਜਾਣਾ ਪੈਂਦਾ ਸੀ। ਮੈਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਰਨਤਾਰਨ ਤੋਂ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜ੍ਹੀ ਵਾਸਤੇ ਸਰਕਾਰੀ ਨੌਕਰੀਆਂ ਦੇ ਇਮਤਿਹਾਨਾਂ ਦੀ ਤਿਆਰੀ ਲਈ ਮੁਫਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਇਸ ਮੁਹਿੰਮ ਦਾ ਲਾਭ ਉਠਾ ਕੇ ਬਹੁਤ ਸਾਰੇ ਬੱਚੇ ਨੇ ਜਿਹੜੇ ਕਿ ਘਰ ਬੈਠੇ ਹੀ ਪੰਜਾਬ, ਦੂਜੇ ਰਾਜਾਂ ਅਤੇ ਕੇਂਦਰੀ ਪੱਧਰ ਤੇ ਹੋਣ ਵਾਲੇ ਇਮਤਿਹਾਨਾਂ ਦੀ ਤਿਆਰੀ ਕਰ ਸਕਣਗੇ। ਪੰਜਾਬ ਸਰਕਾਰ ਦੇ ਇਸ ਪ੍ਰੋਜੈਕਟ ਤਹਿਤ ਸਟੱਡੀ ਮਟੀਰੀਅਲ ਵੀ ਮੁਫਤ ਵਿੱਚ ਮੁਹੱਈਆ ਕਰਵਾਇਆ ਗਿਆ ਹੈ। ਬਹੁਤ ਸਾਰੇ ਬੱਚੇ ਨੇ ਪੰਜਾਬੀ ਨੌਜਵਾਨ ਜਿਹੜੇ ਕਿ ਪ੍ਰਾਈਵੇਟ ਸੰਸਥਾਵਾਂ ਦੀ ਫੀਸ ਨਾ ਦੇ ਸਕਣ ਕਾਰਨ ਸਰਕਾਰੀ ਇਮਤਿਹਾਨਾਂ ਦੀ ਤਿਆਰੀ ਨਹੀਂ ਕਰ ਪਾਉਂਦੇ, ਜਿਸ ਕਰਕੇ ਉਹ ਸਰਕਾਰੀ ਨੌਕਰੀ ਹਾਸਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਪੰਜਾਬ ਸਰਕਾਰ ਦੇ ਇਸ ਉਪਰਾਲੇ ਲਈ ਅਸੀਂ ਪਿਛੜੇ ਗਰੀਬ ਪਿੰਡਾਂ ਵਿੱਚ ਰਹਿਣ ਵਾਲੇ ਖਾਸ ਕਰਕੇ ਕੁੜੀਆਂ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀਆਂ ਬਹੁਤ-ਬਹੁਤ ਧੰਨਵਾਦੀ ਹਾਂ, ਤਾਂ ਜੋ ਆਪਨੇ ਸਾਡੇ ਲਈ ਇਹ ਮੁਫਤ ਆਨਲਾਈਨ ਕੋਚਿੰਗ ਪ੍ਰੋਜੈਕਟ ਸ਼ੁਰੂ ਕਰਵਾਇਆ। ਹੁਣ ਸਾਨੂੰ ਵੀ ਬਰਾਬਰੀ ਦਾ ਮੌਕਾ ਮਿਲੇਗਾ, ਅਸੀਂ ਵੀ ਕੰਪੀਟੀਸ਼ਨ ਲੜ ਕੇ ਅੱਗੇ ਆ ਸਕਦੇ ਹਾਂ, ਆਪਣਾ ਅਤੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰ ਸਕਦੇ ਹਾਂ। ਧੰਨਵਾਦ। Thank you, Komalpreet. Sir, I would now like to request you to kindly digitally launch the scheme free online coaching for government recruitment exams. Thank you, sir. Further, I would now request you to digitally launch the scheme Mera Kaam Mera Maan. Thank you, sir. Moving on, I would request you to digitally lay the foundation stone of the permanent camp at CPIT permanent camp of CPIT at Asal Utar district Tarantaran. Lastly, sir, I request you to digitally inaugurate the 7th Mega Rozgar Mela, which starts from today. Thank you, sir. I now request the Honorable Chief Minister Punjab, Captain Amarinder Singh Ji, to address the gathering. साढ़े मिनिस्टर साहब चरणजीत चन्नी जी, साढ़े MLA इस इलाके ने सुखपाल खैरा जी, सुखपाल भुल्लर जी, चीफ सैकटरी साहिबा विनी महाजन जी, मेजर जनरल IP सिंह जी, MLA साहिबान, ऑफिसर साहिबान,
नौजवान जो इस समागम का हिस्सा बने हुए हो और असल उतार दे मेरे वीरों ते भैनों, पहला तो मैं चन्नी जी का धन्नवादी करदा जिन्हों ने पूरा जोर पहले दिन तो जदों असी मैगा रोज़गार मेले लाए हैं उहदे तो पूरा जोर लाया इस काम च, और ये साडा अज जिहड़ा असी अज मना रहे हैं दिन, ये सब मेरे वालों उत्थे वो ने और बलबीर सिद्धू जी ने और नाले जनरल सांगा साहब जो ये अब्दुल हमीद दी रेजिमेंट के कर्नल ने वो भी उत्थे आए ने ताकि थोड़े सारिਆਂ ਨੂੰ ਉੱਥੇ फतेह बुला सकन और दस सकन कि की बहादरी नाल वो पलटन लड़ी सी। ਜਦੋਂ ਅਸੀਂ ओपोजिशन विच से इलैक्शन गवर्नमेंट चुन तो पहला साडा इक्को ही हुंदा सी मुद्दा, एक तां कर्जा माफ़ी, तुहानूं पता ही है असीं करदे सी कि जिन्ना असीं कर सकदे हां असीं अपना कर्जा माफ़ करांगे किसानां वास्ते, और नाल दे नाल कि जिहड़े साडी नौकरियां ने बच्चों नूं नौकरियां नहीं थी आउंदियां सीआं ਉਹਦਾ कोई प्रबंध सानू करना पऊ ना। ਇਹਦਾ तरीका ਇੱਕੋ ही है कि असीं ट्रेनिंग उन्हां नूं दईए ਵੱਖ-ਵੱਖ ਥਾਂ ਦੇ ਵਿੱਚ, कोई इंडस्ट्री जाना चाहुंदा है, कोई फौज में जाना चाहुंदा है, कोई किते जाना चाहुंदा है, कोई किते जाना चाहुंदा है, वो सानू ज़रूरी सी और नाले इंडस्ट्री लियाउणी ज़रूरी सी क्योंकि सारियां जिहड़ियां ख्वाहिशां ने साडियां हुंदियां ने कि आपां सरकारी नौकरियां जाइए, पर सरकारी नौकरियां इन्ना नहीं, पंजाब छोटा जिहा और जिन्नी साडे रिटायर होंदे ने हर साल ਉਹਦੀ जगह ही भर सकते हैं, इसलिए सानू इंडस्ट्री लियाउण की बहुत लोड़ सी। और मैनू खुशी है कहते हुए कि पहली बार है कि जिन्नी इन्वेस्टमेंट पंजाब दे विच आई है 91,000 करोड़ रुपया साढ़े धरती के उपर लग चुकिया। ये नहीं कि आप MOU किए ने कि लोगों नाल समझौते किए ने, ये है जो पैसा आ गया और लग रहा, बिल्डिंगां बन रही, फैक्ट्रियां बन रही ने, और तुसी उस देख लेना कि किन्ने ਲੱਖਾਂ ਬੱਚੇ ਉਹਦੇ ਵਿੱਚ ਨੌਕਰ ਸਾਡੇ ਲੱਗ ਸਕਣਗੇ। ਸੋ ਇਹ ਜਿਹੜਾ ਅੱਜ ਅਸੀਂ ਇਹ ਟ੍ਰੇਨਿੰਗ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ, ਕੋਈ ਬੰਦਾ ਕਿਤੇ ਨਹੀਂ ਲੱਗ ਸਕਦਾ, ਦੁਨੀਆ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਔਰ ਜਿੰਨੀ ਅੱਗੇ ਵੱਧ ਰਹੀ ਹੈ ਇੰਨੀ ਟੈਕਨੋਲੋਜੀ ਦੀ ਲੋੜ ਪੈਂਦੀ ਹੈ ਉਸ ਇੰਡਸਟਰੀ ਦੇ ਵਿੱਚ। ਕਿ ਇੱਕ ਜ਼ਮਾਨਾ ਸੀ ਕਿ ਕੁਝ ਵੀ ਨਹੀਂ ਉਵੇਂ ਜਾ ਕੇ ਨੌਕਰ ਲੱਗ ਸਕਦਾ ਸੀ, ਹੁਣ स्पेस टेक्नोलॉजी है, साइंटिफिक टेक्नोलॉजीज़ कई किस्म दियां ने, तो ट्रेनिंग की बहुत ज़रूरी सी। और असी जिहड़ा हुण ट्रेनिंग वास्ते एक कीता होया है कि जिथे जिथे भी थोड़ी ख्वाहिश है, जिथे तुसीं जाना है, उहदे वास्ते असी ऑनलाइन ट्रेनिंग थोड़ी असी करना चाहुंदे हां। मैं ऑल्सो इस मौके ते एक दसना चाहुंदा कि सरदार बहादुर अमीन चंद अंबिका सोनी जी जो साढ़े बड़े सीनियर साढ़े साथी ने, उन्होंने अपना पूरा प्रॉपर्टी जिहड़ी सारा घर सीगा उत्थे हुशियारपुर दे विच उन्होंने एक ट्रेनिंग सेंटर वास्ते देर आर्म फोर्स ट्रेनिंग इंस्टीट्यूट बनाने वास्ते दे दिता है और वो चालू हो गया। हुण इस वेले तकरीबन 26.96 करोड़ रुपया उहदे च लगेगा ठीक करन नूं, लेकिन जिहड़े उत्थों बच्चे जाणगे फिर वो NDA IMA पैरामिलिटरी फोर्सिस जिथे भी वो जाना चाहन उत्थे जा सकणगे। साड़ी इस वेले जो औसतन है वो हैरानी होएगी कई सुन के, क्योंकि कई जिहड़े नहीं चाहते कि साड़ी सरकार इस काम अगे बढ़े, वो अपोजिशन आम तौर नहीं करती है। लेकिन अगर तुसी देखो कि किन्नियां नौकरियां असीं एक दिन च दिंदे आ, 1200 नौकरियां डेली दी साड़ी औसतन है और 1200 भी कुछ नहीं, इसनों अगे बढ़ाना है और चन्नी जी कर रहे हैं सब ये हिम्मत, और मैनू पूरा भरोसा है जिस तरीके नाल लगे हुए हैं ये जरूर आप इनू सिरे चढ़ा सकांगे। फिर साढ़े जिथे गलत रस्ते से साढ़े बच्चे चले हुए से वो ओट सेंटर असीं लाए ने ताकि नशियां तो उन्होंने दूर करिए, और करन तो बाद फिर उन्होंने अगे ट्रेनिंग कुछ दई और 2303 बच्चे तकरीबन स्किल ट्रेनिंग के अंडर PSDM के अंडर अज उन्होंने ट्रेनिंग देती है, नशे छुड़ाए और उन्होंने ट्रेनिंग दे रहे हैं ताकि जाके अगे अपना काम कर सकन। 10 यह जे बच्चे चुने गए से जो गरीबी चो उठे ने,
ਔਰ ਉਹਨਾਂ ਦੇ ਕੋਲ ਨੌਕਰੀਆਂ ਨਹੀਂ ਸੀ। ਅਤੇ ਤਕਰੀਬਨ 1,11,529 ਕੈਂਡੀਡੇਟ ਸੈਲਫ ਰਿਲਾਇੰਟ, ਉਹਨਾਂ ਮਤਲਬ ਟ੍ਰੇਨਿੰਗ ਕਰਕੇ ਉਹ ਹੁਣ ਤਿਆਰ ਹੋ ਗਏ ਨੇ, ਆਪਣੇ ਕੰਮ ਕਰ ਰਹੇ ਨੇ। ਔਰ 13 ਇਹਨਾਂ ਵਿੱਚੋਂ 13,720 ਅਸੀਂ ਸਪੋਂਸਰ ਕੀਤੇ ਨੇ ਸਕਿੱਲ ਟ੍ਰੇਨਿੰਗ ਵਾਸਤੇ। ਸੋ ਇਹ ਬਹੁਤ ਕੁਛ ਇਸ ਵੇਲੇ ਕੰਮ ਹੋ ਰਿਹਾ। ਲੋਕ ਜਿਨ੍ਹਾਂ ਦੇ ਅੰਗਹੀਣ ਨੇ, ਕੋਈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਉਹਨਾਂ ਨੂੰ ਵੀ ਦਿੱਤਾ ਜਾ ਰਿਹਾ। ਔਰ ਇਸ ਵੇਲੇ 430 ਉਹਨਾਂ ਦੇ ਵਿੱਚੋਂ 90 PWD ਦੇ ਵਿੱਚ, 430 ਵਿੱਚੋਂ 90 PWD ਦੇ ਵਿੱਚ ਕੈਂਡੀਡੇਟ ਬਣੇ ਹੋਏ ਨੇ। ਅਫਸੋਸ ਮੈਨੂੰ ਸਿਰਫ ਇਸ ਗੱਲ ਦਾ ਹੈ ਕਿ ਅਸੀਂ ਜਿਹੜੀ ਲਗਾਤਾਰ ਕੰਮ ਸ਼ੁਰੂ ਕੀਤਾ ਸੀ, ਉਹ ਥੋੜ੍ਹੀ ਰੁਕਾਵਟ ਆ ਗਈ ਪਿਛਲੀ ਮਾਰਚ ਤੋਂ ਲੈ ਕੇ, ਜਦ ਤੋਂ ਇਹ ਕੋਵਿਡ ਆਇਆ। ਔਰ ਕੋਵਿਡ ਮਾਰਚ ਤੋਂ ਆਇਆ, ਔਰ ਹੁਣ ਦੇਖੋ ਆਪਾਂ ਸਤੰਬਰ, ਦੂਜੇ ਸਾਲ ਦੇ ਸਤੰਬਰ ਪਹੁੰਚ ਗਏ। ਤਾਂ ਤਕਰੀਬਨ 18 ਮਹੀਨੇ ਕੋਈ ਕੰਮ ਨਹੀਂ ਹੋ ਸਕਿਆ। ਹੁਣ ਅਸੀਂ ਸ਼ੁਰੂ ਫਿਰ ਕੀਤਾ। ਵਾਹਿਗੁਰੂ ਕਰੇ ਕੋਵਿਡ ਫਿਰ ਸਾਡਾ, ਜਿਹੜਾ ਕਹਿੰਦੇ ਨੇ ਕਿ ਤੀਸਰੀ ਵਾਰ ਆਊਗਾ, ਪੰਜਾਬ ਨਾ ਆਏ, ਔਰ ਇਹ ਕੰਮ ਚੱਲਦਾ ਰਹੇ, ਤਾਂ ਕਿ ਜਿੰਨੇ ਬੱਚਿਆਂ ਨੂੰ ਅਸੀਂ ਨੌਕਰੀ ਦੀ ਵਾਸਤੇ ਟ੍ਰੇਨਿੰਗ ਦੇ ਕੇ ਦੇ ਸਕਦੇ ਹਾਂ, ਉਹਨੂੰ ਅਸੀਂ ਦੇਈਏ। ਇਹਦੇ ਕੋਵਿਡ ਦੇ ਦੌਰਾਨ ਵੀ ਅਸੀਂ 6 ਸਟੇਟ ਲੈਵਲ ਮੈਗਾ ਰੋਜ਼ਗਾਰ ਮੇਲੇ ਅਤੇ ਮੈਗਾ ਸੈਲਫ ਇੰਪਲੋਇਮੈਂਟ ਮੇਲੇ ਵਿਜ਼ੂਅਲ ਦੇ ਰਾਹੀਂ ਅਸੀਂ ਕੀਤਾ ਸੀ। ਹੁਣ ਵਿਜ਼ੂਅਲ ਕਰਨਾ ਜਾਂ ਆਪ ਉੱਥੇ ਮਿਲਣਾ ਉਹ ਵੱਖਰੀ ਗੱਲ ਹੈ, ਲੇਕਿਨ ਵਿਜ਼ੂਅਲ ਦੇ ਰਾਹੀਂ ਜਿੰਨਾ ਕਰ ਸਕੇ ਅਸੀਂ, ਉਦੋਂ ਵੀ ਅਸੀਂ ਜਾਰੀ ਰੱਖਿਆ ਸੀ ਉਹ ਵਰਚੁਅਲ, ਜੈਸੇ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਿਹਾ ਇਸ ਤਰੀਕੇ ਨਾਲ। ਔਰ ਤਕਰੀਬਨ ਇਸ ਕੋਵਿਡ ਦੇ ਦੌਰਾਨ ਵੀ 2,09,124 ਬੱਚਿਆਂ ਨੂੰ ਕੈਂਡੀਡੇਟ ਸੇ, ਉਹਦੇ ਵਿੱਚੋਂ 91,360 ਇੰਪਲੋਇਮੈਂਟ ਐਂਡ 1,17,764 ਆਪਣੇ ਸੈਲਫ ਇੰਪਲੋਇਮੈਂਟ ਦੇ ਵਿੱਚ ਅਸੀਂ ਉਹਨਾਂ ਨੂੰ ਕੀਤਾ ਹੋਇਆ। ਅੱਜ ਅਸੀਂ ਕਰ ਰਹੇ ਹਾਂ ਇੱਕ ਸੀਪਾਈਟ ਦਾ ਅਸਲ ਉਤਾਰ ਦੇ ਵਿੱਚ, ਤਰਨਤਾਰਨ ਦੇ ਵਿੱਚ। ਇਹ ਹਿੰਮਤ ਸੀ ਸੁਖਪਾਲ ਜੀ ਦੀ, ਸੁਖਪਾਲ ਭੁੱਲਰ ਜੀ ਦੀ, ਜਿਹੜੇ ਚਾਹੁੰਦੇ ਸੀ ਕਿ ਗੱਲ ਹੋਵੇ, ਔਰ ਮੈਨੂੰ ਖੁਸ਼ੀ ਹੈ ਕਿ ਅਸੀਂ ਉਹਨਾਂ ਦੀ ਖਾਹਿਸ਼ ਪੂਰੀ ਕਰ ਸਕਦੇ ਹਾਂ। ਆਖਿਰਕਾਰ ਜਦੋਂ ਵੀ ਜੰਗ ਹੁੰਦੇ ਨੇ, ਆਪਣਾ ਬਾਰਡਰ ਏਰੀਆ ਵਿੱਚ ਪੈਂਦਾ ਉਹਦੇ 'ਚ। ਔਰ ਮੈਨੂੰ ਯਾਦ ਹੈ, ਹੁਣ ਕਿੰਨੇ ਸਾਲ ਹੋ ਗਏ ਨੇ, 56 ਸਾਲ ਹੋ ਗਏ ਨੇ, ਜਿਸ ਦਿਨ ਅਸਲ ਉਤਾਰ ਦੀ ਲੜਾਈ ਹੋਈ ਹੈ, ਮੈਂ ਉੱਥੇ ਹੀ ਸੀ। ਸਾਡੇ ਆਰਮੀ ਕਮਾਂਡਰ ਸਾਹਿਬ ਸੇ ਜਨਰਲ ਹਰਬਖਸ਼ ਸਿੰਘ ਸਾਹਿਬ, ਔਰ ਉਹਨਾਂ ਦੇ ਨਾਲ ਮੈਂ ਉਹਨਾਂ ਦਾ ADC ਸੀ। ਔਰ ਜਿਸ ਦਿਨ ਉਹ ਜੰਗ ਹੋ ਰਿਹਾ ਸੀ, 3rd ਕੈਵਲਰੀ ਦੇ ਕਰਨਲ ਸਲੀਪ ਕੈਲਮ ਦੇ ਟੈਂਕ ਬਿਲਕੁਲ ਚੀਮਾ ਪਿੰਡ ਸੀ, ਉੱਥੇ ਚੀਮਾ ਜਿਹੜਾ ਕਸੂਰ ਤੋਂ ਸੜਕ ਆਉਂਦੀ ਸੀ, ਉਹਦੇ ਉੱਪਰ ਲੱਗਿਆ ਹੋਇਆ ਸੀ। ਅਤੇ ਜਨਰਲ ਸਾਹਿਬ ਔਰ ਕਰਨਲ ਸਾਹਿਬ ਉੱਪਰ ਸੇ ਦੇਖ ਰਹੇ ਸੀ, ਮੈਂ ਉਹਨਾਂ ਦੇ ਨਾਲ ਸੀ। ਉਸ ਤੋਂ ਬਾਅਦ ਅਸੀਂ ਫੋਰਟ ਡਿਵ ਹੈਡਕੁਆਟਰ 'ਚ ਆਏ, ਔਰ ਉੱਥੇ ਆਰਮੀ ਕਮਾਂਡਰ ਨੂੰ ਜਨਰਲ ਗੁਰਬਖਸ਼ ਸਿੰਘ ਜੋ GOC ਸੇ ਫੋਰਟ ਡਿਵ ਦੇ, ਉਹਨਾਂ ਨੇ ਇੱਕ ਕਿਹਾ ਸਰ ਇਹ ਮੈਪ ਕੇਸ ਮਿਲਿਆ, ਔਰ ਉਹ ਮੈਪ ਕੇਸ ਖੂਨ ਦਾ ਭਰਿਆ ਹੋਇਆ ਸੀਗਾ। ਅਤੇ ਉਹਨੂੰ ਖੋਲ੍ਹਿਆ ਅਤੇ ਉਹਦੇ ਵਿੱਚ ਕਾਗਜ਼ ਬਹੁਤ ਸੇ, ਔਰ ਉਹ ਕਾਗਜ਼ 'ਚ ਲਿਖਿਆ, ਨਕਸ਼ੇ 'ਚ ਬਣਿਆ ਹੋਇਆ ਸੀ ਕਿ ਪਾਕਿਸਤਾਨ ਦਾ ਜਿਹੜਾ 2nd ਆਰਮਡ ਡਿਵੀਜ਼ਨ ਸੀ, ਸਾਨੂੰ ਪਤਾ ਨਹੀਂ ਸੀ ਕਿ ਉੱਥੇ ਸੀ। ਸਾਨੂੰ ਇੱਕ ਸੀ ਜੋ ਸਿਆਲਕੋਟ ਏਰੀਆ ਵਿੱਚ ਸੀਗਾ, ਔਰ ਸਾਨੂੰ ਸਮਝਦੇ ਸੀ ਕਿ ਇੱਧਰ ਥੋੜ੍ਹੇ ਬਹੁਤੇ ਆਰਮਡ ਯੂਨਿਟਸ ਹੋਣਗੇ, ਲੇਕਿਨ ਡਿਵੀਜ਼ਨ ਨਹੀਂ। ਇੱਥੇ 1st ਆਰਮਡ ਡਿਵੀਜ਼ਨ ਨਿਕਲਿਆ। ਉਹ ਚਾਂਗਾ ਮਾਂਗਾ ਫੋਰੈਸਟ ਹੈ, ਜੰਗਲ ਹੈ ਉੱਥੇ ਪਾਕਿਸਤਾਨ ਏਰੀਆ, ਜਿੱਥੇ ਇਹਨੂੰ ਰੱਖਿਆ ਗਿਆ ਸੀ, ਇਹਨੂੰ ਬਿਲਡਅਪ ਕੀਤਾ ਸੀ। ਔਰ ਉਹਨਾਂ ਨੇ ਜਦੋਂ ਦਾਖਲਾ ਕੀਤਾ ਅਤੇ ਸਾਡੀਆਂ ਪਲਟਨਾਂ ਉਦੋਂ ਅਸਲ ਉਤਾਰ ਦੇ ਵਿੱਚ ਪਿੱਛੇ ਹਟ ਕੇ ਅਸਲ ਉਤਾਰ ਦੇ ਵਿੱਚ ਉੱਥੇ ਆਪਣਾ ਮੋਰਚਾ ਲਾਇਆ ਹੋਇਆ ਸੀ। ਔਰ ਸਭ ਤੋਂ ਸਾਹਮਣੇ ਵਾਲੀ ਪਲਟਨ ਪਹਿਲੇ ਅਗਲੀ ਬ੍ਰਿਗੇਡ 62 ਬ੍ਰਿਗੇਡ ਦੀ, ਉੱਥੇ ਸੀ 4th ਗ੍ਰੈਨੇਡੀਅਰਸ। ਇਹ ਇੱਕ ਵਧੀਆ ਪਲਟਨ ਸੀ ਔਰ ਹੈ। ਇਹਨਾਂ ਨੇ 1962 ਦੀ ਲੜਾਈ 'ਚ ਨੀਫਾ ਦੇ ਵਿੱਚ ਆਪਣਾ ਨਾਮ ਪ੍ਰਾਪਤ ਕੀਤਾ। ਇੱਕ ਇਹਨਾਂ ਦੀ ਕੰਪਨੀ ਚਾਈਨਾ ਸਾਈਡ 'ਤੇ ਉਹ ਨਦੀ ਉੱਥੇ ਨਾਮਕਾ ਚੂਹ ਆਉਂਦੀ ਸੀ, ਨਿਆਮਗੁੰਮ ਚੂਹ ਆਉਂਦਾ ਸੀ, ਉਹਦੇ ਪਰਲੇ ਪਾਸੇ ਪੁਲ ਟੱਪ ਕੇ ਉਸਨੇ ਚੀਨੀਆਂ ਦਾ ਪਹਿਲੇ ਨਾਲ ਉੱਥੇ ਮੁਕਾਬਲਾ ਕੀਤਾ। ਉਹ ਇੱਕ 2nd ਲੈਫਟੀਨੈਂਟ ਸੀ ਰਾਓ, ਉਹਨੂੰ ਮਹਾਵੀਰ ਚੱਕਰਾ ਮਿਲਿਆ ਉੱਥੇ। ਔਰ ਫਿਰ ਉਹ ਪਲਟਨ ਇੱਥੇ ਹੁਣ 62 ਬ੍ਰਿਗੇਡ ਨਾਲ ਦੁਬਾਰਾ ਇੱਥੇ ਆਈ ਸੀ। ਔਰ ਉੱਥੇ ਪਾਕਿਸਤਾਨ ਜਨਰਲ ਨੇ, ਜੋ ਉਹਨਾਂ ਦੇ 1st ਆਰਮਡ ਜਨਰਲ ਸੀ, ਉਹਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕੀ ਹੋ ਰਿਹਾ, ਅਤੇ ਉਹਨੇ ਆਪਣੇ CRT ਦਾ ਮਤਲਬ ਜਿਹੜਾ ਉੱਥੇ ਬ੍ਰਿਗੇਡੀਅਰ ਸੀ, ਜਿਹੜਾ ਤੋਪਖਾਨੇ ਦਾ ਸਾਰਾ ਪ੍ਰਬੰਧ ਰੱਖਦਾ ਸੀ, ਉਹਨਾਂ ਨੂੰ ਕਿਹਾ ਕਿ ਤੂੰ ਮੇਰੀ ਗੱਡੀ ਲੈ ਜਾ ਔਰ ਜਾ ਦੇਖ ਕੇ ਆ ਕਿ ਹਿੰਦੁਸਤਾਨੀ ਕਿੱਥੇ ਪਹੁੰਚੇ ਹੋਏ ਨੇ।
ਤੇ ਉਹਨੇ ਜਨਰਲ ਦੀ ਗੱਡੀ ਲੈ ਕੇ ਆ ਕੇ ਜਿੱਥੇ ਹੁਣ ਅਬਦੁਲ ਹਮੀਦ ਦੀ ਯਾਦਗਾਰ ਹੈ ਉਹਦੇ ਇੱਧਰਲੇ ਪਾਸੇ, ਉਹ ਸੜਕ ਦੇ ਪਾਰ ਹੈ, ਉਹ ਇੱਧਰਲੇ ਪਾਸੇ ਉਦੋਂ ਜੰਗਲਾਤ 'ਚ ਇੱਕ ਹੁੰਦਾ ਸੀ, ਬੀੜ ਜਿਹਾ ਹੁੰਦਾ ਸੀ ਉੱਥੇ। ਔਰ ਉੱਥੇ ਜਦੋਂ ਅੰਦਰ ਨੂੰ ਗਿਆ, ਸਾਹਮਣੇ 4th ਗ੍ਰੈਨੇਡੀਅਰ ਦੀ ਫਾਰਵਰਡ ਕੰਪਨੀ ਮੁਸਲਿਮ ਕੰਪਨੀ ਸੀ, ਉੱਥੇ ਇੱਕ ਮੁਸਲਿਮ ਕੰਪਨੀ ਉਹਨਾਂ ਦੇ ਉਸ ਪਲਟਨ ਦੇ ਵਿੱਚ, ਉਹਦੇ ਮੋਰਚੇ ਦੇ ਸਾਹਮਣੇ ਆ ਕੇ ਜਦ ਦੇਖਿਆ ਜਵਾਨ ਖੜੇ ਨੇ, ਉਹਨੇ ਰੋਕੀ, ਖੜਾ ਹੋਇਆ, ਪਿਸਤੌਲ ਕੱਢੀ, ਕਹਿੰਦੇ ਹੱਥ ਉੱਪਰ ਕਰੋ। ਜਵਾਨਾਂ ਨੇ ਕਦੇ ਕਦੇ ਗੋਲੀ ਨਹੀਂ ਚਲਾਈ ਸੀ ਆਪਣੇ ਕਦੇ ਜਨਰਲ ਨੂੰ, ਅਤੇ ਉਹਨੂੰ ਪਰ ਉਹ ਸਾਹਮਣੇ ਇੱਕ ਦੂਜੇ ਨੂੰ ਦੇਖਣ ਲੱਗੇ ਕਿ ਕੀ ਕਰੀਏ। ਅਤੇ ਉਦੋਂ ਸਾਡੇ ਇਹਨਾਂ ਦਾ ਕੰਪਨੀ ਕਮਾਂਡਰ ਜੋ ਮੇਰਾ ਜਮਾਤੀ ਸੀ, ਉਹਦਾ ਲੈਫਟੀਨੈਂਟ ਜਾਨੂ, ਉਹ ਪਿਛਲੇ ਪਾਸੇ ਸੀ, ਉਹਨੇ ਹਾਕ ਮਾਰੀ ਕਿ ਗੋਲੀ ਚਲਾਓ, ਔਰ ਫਿਰ ਗੋਲੀ ਚੱਲੀ। ਉਹ ਬ੍ਰਿਗੇਡੀਅਰ ਸ਼ਮੀਮ ਸੀ ਉਹਦਾ ਨਾਮ, ਬ੍ਰਿਗੇਡੀਅਰ ਸ਼ਮੀਮ ਮਰ ਗਿਆ। ਔਰ ਉਹਦਾ ਜਿਹੜਾ ਇਹ ਮੈਪ ਕੇਸ ਸੀ ਉਹ ਸਾਡੇ ਕੋਲ 4 ਡੇਜ਼ ਦੇ ਵਿੱਚ 4 ਗ੍ਰੈਨੇਡੀਅਰਸ ਨੇ ਵਾਪਸ ਭੇਜਤਾ। ਉਹਦੇ ਕੁਛ ਹੋਰ ਕਾਗਜ਼ ਸੀ, ਕੁਛ ਚਿੱਠੀਆਂ ਸੀ, ਕੁਛ ਚੀਜ਼ ਸੀ। ਲੇਕਿਨ ਜਿਹੜੀ ਗੱਲ ਉੱਥੋਂ ਪਤਾ ਲੱਗੀ ਕਿ ਪਾਕਿਸਤਾਨ ਦੇ ਕੋਲ ਇੱਕ 2nd ਆਰਮਡ ਡਿਵੀਜ਼ਨ ਹੈਗਾ, ਨੰਬਰ 1st ਆਰਮਡ ਡਿਵੀਜ਼ਨ, ਨਾਲੇ ਉਹਨਾਂ ਦਾ ਓਬਜੈਕਟਿਵ ਕੀ ਸੀ, ਸਾਡੀ ਜਿਹੜੀ ਡਿਫੈਂਸ ਸੀ ਉਹਦੇ ਆਲੇ ਦੁਆਲੇ ਪਿੱਛੋਂ ਦੀ ਜਾ ਕੇ GT ਰੋਡ ਬਿਆਸ ਪੁਲ 'ਤੇ ਕੱਟਣੀ ਸੀ, ਤਾਂ ਕਿ ਹਿੰਦੁਸਤਾਨ ਦੀ ਫੌਜ ਨੂੰ ਇੱਧਰ ਇੱਕ ਪਾਸੇ ਨਦੀ ਔਰ ਇੱਕ ਪਾਸੇ ਬਿਆਸ ਔਰ ਇੱਕ ਪਾਸੇ ਇਹਨਾਂ ਦੀ ਫੋਰਸ ਪਿੱਛੇ, ਔਰ ਫਿਰ ਇਸ ਕਿਸਮ ਦਾ ਘੇਰਾ ਪਾਉਣਾ ਚਾਹੁੰਦੇ ਸੀ ਸਾਡੇ ਨਾਲ। ਉਹ ਇਸਨੇ 4 ਗ੍ਰੈਨੇਡੀਅਰਸ ਨੇ ਕੀਤੀ। ਔਰ ਉਹੀ ਮੌਕੇ 'ਤੇ ਇਹ ਅਬਦੁਲ ਹਮੀਦ ਉਦੋਂ ਕੰਪਨੀ ਕੁਆਟਰਮਾਸਟਰ ਹਵਲਦਾਰ ਸੀ, ਲੇਕਿਨ ਆਇਆ ਸੀਗਾ RCL ਪਲਟੂਨ ਸੀ ਜੋ ਐਂਟੀ ਟੈਂਕ ਪਲਟੂਨ ਹੁੰਦੀ ਹੈ, ਉਹਨਾਂ ਦਾ ਇੱਕ ਡਿਟੈਚਮੈਂਟ ਕਮਾਂਡਰ ਸੀ। ਔਰ ਉਹਨੂੰ ਪ੍ਰਮੋਸ਼ਨ ਹੋ ਗਈ ਸੀ, ਲੇਕਿਨ ਕਰਨਲ ਸਾਹਿਬ ਨੇ ਸੋਚਿਆ ਕਿ ਹੁਣ ਇਹ ਜਿਹੜੀ ਲੜਾਈ ਆ ਰਹੀ ਹੈ, ਸਾਨੂੰ ਸਭ ਤੋਂ ਵਧੀਆ ਬੰਦੇ ਚਾਹੀਦੇ ਸੀ, ਔਰ ਇਹ ਨੰਬਰ 1 ਦਾ ਡਿਟੈਚਮੈਂਟ ਕਮਾਂਡਰ ਸੀ, ਤਾਂ ਉਹਨੂੰ ਵਾਪਸ ਭੇਜਤਾ ਕਿ ਤੂੰ RCL ਡਿਟੈਚਮੈਂਟ ਕਮਾਂਡਰ ਇਸ ਲੜਾਈ ਦੇ ਦੌਰਾਨ ਰਹੇਗਾ। ਪਾਕਿਸਤਾਨੀ ਟੈਂਕ ਜਦੋਂ ਸੜਕ 'ਤੇ ਆ ਰਹੇ ਸੀ, 1 2 3 ਇਹਨੇ ਮਾਰੇ, ਔਰ ਫਿਰ ਚੌਥੀ ਵਾਰ ਇਹਨੇ ਗੋਲੀ ਆਪਣਾ ਰੌਕਟ ਚਲਾਇਆ, ਉਹਦੇ 'ਤੇ ਵੱਜਿਆ, ਟੈਂਕ ਵੀ ਉੱਡ ਗਿਆ, ਔਰ ਉਦੋਂ ਹੀ ਟੈਂਕ ਨੇ ਫਾਇਰ ਕੀਤਾ ਸੀ ਅਤੇ ਇਹਦੇ ਜੀਪ 'ਤੇ ਵੀ ਵੱਜੀ, ਤਾਂ ਦੋਨੋਂ ਹੀ ਉਸ 'ਚ ਖਤਮ ਹੋ ਗਏ। ਔਰ ਉੱਥੇ ਇਹ ਬਹਾਦਰ ਇਨਸਾਨ ਨੇ, ਬਹਾਦਰ ਫੌਜੀ ਨੇ, ਬਹਾਦਰ ਗ੍ਰੈਨੇਡੀਅਰ ਨੇ, ਇਹਨਾਂ ਨੂੰ ਗ੍ਰੈਨੇਡੀਅਰ ਆਪਣੇ ਆਪ ਨੂੰ ਗ੍ਰੈਨੇਡੀਅਰ ਕਹਿੰਦੇ ਨੇ, ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਆਪਣੀ ਪਲਟਨ ਦੀ ਔਰ ਆਪਣੇ ਮੁਲਕ ਦੇ ਲਈ। ਔਰ ਅੱਜ ਅਗਰ ਇਹ ਸੀ ਪਾਇਟ ਦਾ ਆਪਾਂ ਸੈਂਟਰ ਖੋਲ੍ਹ ਰਹੇ ਹਾਂ, ਇਹ ਉਸ ਦੀ ਯਾਦਗਾਰ ਵਿੱਚ ਔਰ ਉਹਨਾਂ ਦੇ ਨਾਮ 'ਤੇ ਆਪਾਂ ਖੋਲ੍ਹ ਰਹੇ ਹਾਂ, ਅਤੇ ਮੈਂ ਆਸ ਕਰਦਾ ਹਾਂ ਕਿ ਨੌਜਵਾਨ ਜਿਹੜੇ ਉਹਦੇ ਵਿੱਚ ਜਾਣਗੇ, ਯਾਦ ਰੱਖਣਗੇ ਕਿ ਕਿਸ ਕਿਸਮ ਦੀ ਬਹਾਦਰੀ ਦੀ ਲੋੜ ਪਊ ਸਾਨੂੰ, ਜਦੋਂ ਵੀ ਮੁਲਕ ਨੂੰ ਔਰ ਤੁਹਾਡੀ ਰੈਜੀਮੈਂਟਾਂ ਨੂੰ ਤੁਹਾਡੀ ਲੋੜ ਪਊ, ਚਾਹੇ ਤੁਸੀਂ ਫੌਜ ਦੇ ਵਿੱਚੋਂ, ਨੇਵੀ ਵਿੱਚੋਂ, ਏਅਰਫੋਰਸ ਵਿੱਚ ਜਾਂਦੇ ਹੋ ਜਾਂ ਪੈਰਾਮਿਲਟਰੀ ਦੇ ਵਿੱਚ ਜਾਂਦੇ ਹੋ, ਹਰ ਵੇਲੇ ਦੇਸ਼ ਦੇ ਲਈ ਕੁਰਬਾਨੀ ਦੇਣੀ ਇੱਕ ਬਹੁਤ ਵੱਡੀ ਗੱਲ ਹੈ। ਔਰ ਤੁਹਾਨੂੰ ਜਦ ਟ੍ਰੇਨਿੰਗ ਕਰਕੇ ਤੁਸੀਂ ਜਾਓਗੇ, ਆਪਣੀ ਪਲਟਨ ਦੀ ਇੱਜ਼ਤ ਔਰ ਆਪਣੀ ਦੇਸ਼ ਦੀ ਇੱਜ਼ਤ ਨੂੰ ਸਾਹਮਣੇ ਰੱਖ ਕੇ ਤੁਹਾਨੂੰ ਇਹ ਲੜਾਈ ਦੇ ਵਿੱਚ ਪੈਣਾ ਪਊ। ਤਾਂ ਅੱਜ ਮੈਨੂੰ ਖੁਸ਼ੀ ਹੈ ਕਿ ਸੁਖਪਾਲ ਜੀ ਦੇ ਹਿੰਮਤ ਨਾਲ ਔਰ ਸਾਡੇ ਮਿਨਿਸਟਰ ਸਾਹਿਬ ਚੰਨੀ ਜੀ ਦੇ ਹਿੰਮਤ ਨਾਲ, ਫੌਜੀਆਂ ਦੇ ਸਾਰਿਆਂ ਦੇ ਹਿੰਮਤ ਨਾਲ, ਔਰ ਅੱਜ ਜਨਰਲ ਸਾਂਗਾ ਸਾਹਿਬ ਇਹ ਗ੍ਰੈਨੇਡੀਅਰਸ ਦੇ ਕਰਨਲ ਨੇ, ਉਹਨਾਂ ਨੇ ਅੱਜ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਵੀ, ਇਹ ਵੱਡਾ ਦਿਨ ਹੈ, ਤੁਹਾਡੀ ਰੈਜੀਮੈਂਟ ਦਾ ਦਿਨ ਹੈ, ਔਰ ਮੈਂ ਆਸ ਕਰਦਾ ਕਿ ਤੁਸੀਂ ਵੀ ਜਾਓਗੇ, ਔਰ ਉਹਨਾਂ ਨੇ ਬੜੀ ਖੁਸ਼ੀ ਨਾਲ ਕਿਹਾ ਕਿ ਮੈਂ ਜਾਊਂਗਾ। ਤਾਂ ਮੈਂ ਆਸ ਇਹ ਵੀ ਕਰਦਾ ਕਿ ਤੁਸੀਂ ਉਹਨਾਂ ਦੀ ਸਪੀਚ ਸੁਣੋਗੇ। ਉਹਨਾਂ ਦੀ ਰੈਜੀਮੈਂਟ ਹੈ, 4 ਗ੍ਰੈਨੇਡੀਅਰਸ ਦੇ ਕਰਨਲ ਨੇ, ਔਰ ਇਹ ਤੁਹਾਨੂੰ ਦੱਸਣਗੇ ਜਿਹੜੀਆਂ ਬਹਾਦਰੀਆਂ ਪਲਟਨ ਦੀਆਂ ਹੈ। ਤਾਂ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਤੁਹਾਡੇ ਨਾਲ ਸ਼ਾਮਿਲ ਹੋ ਸਕਿਆ, ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਤਰਨ ਤਾਰਨ ਦੀ, ਅਸਲ ਉੱਤਰ ਦੀ ਔਰ ਉਸ ਸਾਰੇ ਏਰੀਆ ਦੀ ਡਿਵੈਲਪਮੈਂਟ ਬੜੀ ਚੰਗੀ ਤਰ੍ਹਾਂ ਹੋਵੇ, ਔਰ ਸਾਡੇ ਬੱਚੇ ਆਪਣੇ ਆਪਣੇ ਪਿੰਡਾਂ ਦੇ ਜਾਣ ਔਰ ਆਪਣੇ ਦੇਸ਼ ਦੀ ਔਰ ਆਪਣੇ ਪੰਜਾਬ ਦੀ ਸੇਵਾ ਕਰ ਸਕਣ, ਫੌਜ ਦੇ ਵਿੱਚ ਜਾਂ ਮਿਲਟਰੀ ਦੇ ਵਿੱਚ ਕਿਤੇ ਵੀ ਲੱਗ ਕੇ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ। Thank you, sir. Thank you for the kind words of encouragement to the department. I would now take this opportunity to request the Honorable Minister to give the vote of thanks for today's event. Thank you. माननीय मुख्यमंत्री साहब,
हेलो हेलो हाँ जी मारा साहब सर सुखपाल सिंह भुल्लर जी कुछ बोलना चाਹੁੰਦੇ ਸ਼ਾਇਦ आवाज आ रही मारा साहब ਚੰਨੀ ਸਾਹਿਬ ਜੇ ਇਜਾਜ਼ਤ ਹੋਵੇ ਤੇ 1 ਮਿੰਟ ਮੈਂ ਆਪਣੇ ਵੱਲੋਂ ਔਰ ਆਪਣੇ ਹਲਕੇ ਵੱਲੋਂ ਔਰ ਸਾਰੇ ਸਾਡੇ ਜ਼ਿਲ੍ਹੇ ਦੇ ਐਮਐਲਏ ਸਬਾਨ ਔਰ ਸਿੱਧੂ ਸਾਹਿਬ ਵੱਲੋਂ ਇੱਕ ਵਾਰੀ ਧੰਨਵਾਦ ਕਰ ਲਈਏ ਜੀ। ਥੈਂਕ ਯੂ ਸੁਖਪਾਲ ਜੀ, ਪਲੀਜ਼ ਕਰੋ ਅਸੀਂ ਸਾਰੇ ਹੀ ਮਾਰਾ ਸਾਹਿਬ ਅੱਜ ਇੱਥੇ ਇਕੱਠੇ ਆ। ਸਾਡੇ ਗਿੱਲ ਸਾਹਿਬ, ਅਗਨੀਹੋਤਰੀ ਸਾਹਿਬ, ਚੀਮਾ ਸਾਹਿਬ, ਗੁਰਕੀਰਤ ਜੀ, ਪਿਤਾ ਜੀ ਵੱਡੇ ਭੁੱਲਰ ਸਾਹਿਬ ਔਰ ਸਿੱਧੂ ਸਾਹਿਬ ਨੂੰ ਤੁਸੀਂ ਉਚੇਚੇ ਤੌਰ ਤੇ ਭੇਜਿਆ ਇੱਥੇ ਆਪ ਦੇ ਵੱਲੋਂ। तो मैं सारे हल्के खेम करन वालों नौजवान वालों तुहाडा तहे दिलों धन्नवादी हाँ जिन्हां ने तुसीं ये सानू प्रोजैक्ट जिहड़ा वा दिता वा। मैनूं पता आपां ये छेती करना सीगा पर कोविड करके थोड़ा टाइम ज़्यादा लग गया, पर चलो देर आए दुरुस्त आए। मैं फिर तुहाडा तहे दिलों धन्नवादी हाँ भी आउण वाले लंबे समय तक साडे इलाके दे नौजवान जिहड़े आ पिछड़ा वर्ग साडा जिहड़ा उत्थे ट्रेनिंग लैके वखरे वखरे अहुदियां दे उत्ते आके अपने इलाके दा और जिस तरीके नाल शहीद परमवीर चक्कर अब्दुल हमीद नूं असीं अज याद कर रहे, साडी आउण वाली जनरेशन तुहाडे इस कीते काम नूं हमेशा लई सदा लई याद रखना। तो बहुत बहुत धन्नवाद। वाहिगुरू जी का खालसा, वाहिगुरू जी की फतेह। बलबीर जी तुसीं मेरे वालों गए हो थोड़ा जिहा तुसीं प्लीज़ सर ऊपर जाके सर सर सत श्री अकाल सर सर सारे एमएलए साहबान तन तारण दे आए हुए ने सर। सर बहुत बड़ा क्राउड है तो सर प्लस जन साहब सर थोड़ा पिछे रह गए सीगे ते सर वो भी आ रहे ने सर। ਇੱਥੇ ਇੱਕ ਬਹੁਤ ਹੀ ਅੱਛਾ ਮਾਹੌਲ ਸਰ। ਤੁਸੀਂ ਇਸ ਇਲਾਕੇ ਨੂੰ ਜੋ ਅੱਜ ਚਾਰ ਚੰਨ ਲਾਏ ਨੇ ਇਹਦੇ ਲਈ ਸਾਰਾ ਇਲਾਕਾ ਤੁਹਾਡਾ ਬਹੁਤ ਧੰਨਵਾਦੀ ਆ ਸਰ। ਸਰ ਮੈਂ ਤੁਹਾਡੇ ਬਿਹਾਫ ਤੇ ਇੱਥੇ ਹਾਜ਼ਰੀ ਭਰਨ ਵਾਸਤੇ ਆਇਆ ਤੇ ਸਰ ਮੈਂ ਤੁਹਾਡੇ ਵੱਲੋਂ ਸਾਰਿਆਂ ਨੂੰ ਕਹਿੰਦਾ ਤੁਹਾਡੀ ਸਤਿ ਸ਼੍ਰੀ ਅਕਾਲ ਵੀ ਬੁਲਾਵਾਂਗਾ ਤੇ ਪਲੱਸ ਸਾਰਿਆਂ ਨੂੰ ਮਿਲ ਕੇ ਤੁਹਾਡਾ ਸੁਨੇਹਾ ਵੀ ਦੇਵਾਂਗਾ ਸਰ। ਦੂਸਰੀ ਗੱਲ ਇਹ ਹੈ ਕਿ ਸਰ ਕੁਛ ਇਹਨਾਂ ਦੇ ਜਿਹੜੇ ਹਸਪਤਾਲ ਵਗੈਰਾ ਦੀਆਂ ਸਮੱਸਿਆਵਾਂ ਸਾਰੀਆਂ ਮੈਂ ਨਾਲ ਲੈ ਕੇ ਆਊਂਗਾ ਤਾਂ ਕਿ ਇਹ ਸਾਰੀਆਂ ਸੋਲਵ ਕਰਦੀ ਸਾਰੇ ਇਸ ਇਲਾਕੇ ਨੂੰ ਹੋਰ ਲੋਕਾਂ ਨੂੰ ਆਪਣੀ ਜਿਹੜੀ ਵੀ ਸਹੂਲਤਾਂ ਮਿਲਣ ਸਰ। ਪਲੱਸ ਜਿਹੜਾ ਬਾਰਡਰ ਏਰੀਆ ਸਰ ਇਹਨਾਂ ਨੇ ਹਮੇਸ਼ਾ ਹੀ ਦੇਸ਼ ਦੀ ਰੱਖਿਆ ਵਾਸਤੇ ਤੇ ਬਹੁਤ ਵੱਡਾ ਬਲੀਦਾਨ ਦਿੱਤਾ ਸਰ। ਚਾਹੇ ਮੁਗਲਾਂ ਤੋਂ ਲੈ ਕੇ ਸਰ ਔਰ ਬੜੀ ਲੜਾਈ ਲੜਦੇ ਆ ਰਹੇ ਨੇ ਸਰ ਆਪਾਂ ਨੂੰ ਇਸ ਇਲਾਕੇ ਦਾ ਤੇ ਸਰ ਜੋ ਮਾਣ ਸਤਿਕਾਰ ਕੀਤਾ ਹੈ ਉਹਨੂੰ ਹੋਰ ਵੀ ਜ਼ਿਆਦਾ ਦੇਣ ਦੀ ਜ਼ਰੂਰਤ ਹੈ ਸਰ। ਜੋ ਹੌਲਦਾਰ ਅਬਦੁਲ ਹਮੀਦ ਨੇ ਸਰ ਜੋ ਕੁਰਬਾਨੀ ਕੀਤੀ ਹੈ ਸਰ ਅੱਜ ਮੈਨੂੰ ਉੱਥੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਸਰ। ਮੈਂ ਇਹਦੇ ਲਈ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ। ਥੈਂਕ ਯੂ ਸਰ। ਮੁੱਖ ਮੰਤਰੀ ਜੀ ਥੈਂਕ ਯੂ ਬਲਬੀਰ ਜੀ। ਮਾਨਯੋਗ ਮੁੱਖ ਮੰਤਰੀ ਜੀ ਮੈਂ ਆਖਿਰ ਦੇ ਵਿੱਚ ਇਸ ਪ੍ਰੋਗਰਾਮ ਦੇ ਲਈ ਜਿੱਥੇ ਆਪ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਉੱਥੇ ਮੈਂ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਦਾ ਧੰਨਵਾਦ ਕਰਦਾ ਤੇ ਸਰਦਾਰ ਗੁਰਕੀਰਤ ਸਿੰਘ ਜੀ ਐਮਐਲਏ ਸਾਹਿਬ, ਚੀਮਾ ਸਾਹਿਬ, ਅਗਨੀਹੋਤਰੀ ਸਾਹਿਬ ਤੇ ਆਪ ਜੀ ਦਾ ਇੱਕ ਵਾਰ ਫੇਰ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਧੰਨਵਾਦ ਕਰਦਾ। ਇੱਕ ਬਹੁਤ ਹੀ ਵੱਡਾ ਕੰਮ ਤਰਨਤਾਰਨ ਜ਼ਿਲ੍ਹੇ ਵਾਸਤੇ ਆਪ ਜੀ ਨੇ ਕੀਤਾ ਹੈ। ਬਹੁਤ ਬਹੁਤ ਧੰਨਵਾਦ। ਜੈ ਹਿੰਦ। चन्नी जी अगर मैं एक बार फिर उत्थे गल कर सकदा, मेरे साढ़े एक पुराने साथी उत्थे बैठे ने जिहड़े मैं उन्हां नूं फतेह बुलाउणा चाहुंदा। कैन वी पुट इट ऑन द स्क्रीन? हाँ जी आ जाएगा सर। वो उद्घाटन करने वास्ते उठ खड़े हैं जी एमएलए साहबान उठ खड़े। मैं तो सिर्फ सरदार गुरचेत सिंह भुल्लर नूं फतेह बुलाउणी सी, बड़ा चिर हो गया मिले नहीं ते बस यही फतेह बुलाउणी सी और कोई खास गल नहीं सी। बस साढ़े पुराने साथी कह देना जी उत्थे किसी आप प्लीज बहुत बहुत धन्यवाद मुख्यमंत्री साहब। आप जी ने बड़ी किरपा की है, एक बहुत ही बड़ा उपराला किया है साडे डिपार्टमेंट नूं इस तरीके नाल आपने अगवाई दी है ਤਾਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ, ਗੈਰ ਸਰਕਾਰੀ ਤੇ ਸਰਕਾਰੀ ਨੌਕਰੀਆਂ ਔਰ ਉਹ ਵੀ ਬਹੁਤ ਹੀ ਪਾਰਸ਼ ਉਹਦੇ ਵਿੱਚ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕਿਸੇ ਨਾਲ ਕੋਈ ਹੇਰਾਫੇਰੀ ਨਹੀਂ ਹੋ ਰਹੀ, ਸਾਰਿਆਂ ਨੂੰ ਔਨ ਮੈਰਿਟ ਨੌਕਰੀਆਂ ਮਿਲ ਰਹੀਆਂ ਸਰਕਾਰੀ ਵੀ। ਉਹਦੇ ਲਈ ਮੈਂ ਆਪ ਜੀ ਦਾ, ਚੀਫ ਸੈਕਟਰੀ ਜੀ ਦਾ ਤੇ ਸਾਰੇ ਹੀ ਅਫਸਰ ਸਾਹਿਬਾਨ ਦਾ ਬਹੁਤ ਧੰਨਵਾਦ ਕਰਨਾ। ਜੈ ਹਿੰਦ ਸਰ। ਥੈਂਕ ਯੂ ਜੀ, ਮਿਹਰਬਾਨੀ ਸਾਰੇ।